ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਜੀ ਬੜੇ ਪਿਆਰ ਸਹਿਤ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੁਰਦੇਵ ਦੇ ਚਰਨਾਂ ਵਿੱਚ ਉਪਸਥਿਤ ਹੋ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਇਸ ਪੰਜਵੀਂ ਅਸ਼ਟਪਦੀ ਦੇ ਅੱਜ 5 ਨੰਬਰ ਤੋਂ ਲੈ ਕੇ 8 ਤੱਕ 4 ਪਦੇ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸ਼ਹੀਦਾਂ ਦੇ ਸਰਤਾਜ ਗਰੀਬ ਨਵਾਜ ਸਤਿਗੁਰੂ ਜਿਨ੍ਹਾਂ ਨੂੰ ਬਾਣੀ ਕੇ ਬੋਹਿਥ ਕਿਹਾ ਜਾਂਦਾ, ਉਹਨਾਂ ਨੇ ਇਸ ਬਾਣੀ ਵਿੱਚ ਇੱਕ ਸ਼ਬਦ ਵਾਰ-ਵਾਰ ਵਰਤਿਆ, ਉਸ ਨੂੰ ਕਹਿੰਦੇ ਨੇ ਮਿਥਿਆ। ਮਿਥਿਆ ਦਾ ਅਰਥ ਹੈ ਆਪਣੇ ਵੱਲੋਂ ਬਣਾਈ ਹੋਈ ਭਰਮ ਸਥਿਤੀ। ਮਨ ਦੁਆਰਾ ਜੋ ਖਿਆਲ ਬਣਾ ਕੇ ਆਪ ਹੀ ਇੱਕ ਐਸਾ ਭਰਮ ਦਾ ਪਰਦਾ ਤਿਆਰ ਕੀਤਾ ਜਾਏ ਤੇ ਫਿਰ ਉਸ ਨੂੰ ਸੱਚ ਸਮਝ ਲਿਆ ਜਾਏ। ਮਿਥਿਆ ਦੇ ਅਰਥ ਨੇ ਜੋ ਆਦਮੀ ਫਿਕਸ ਕਰਦਾ, ਝੂਠ ਨੂੰ ਸੱਚਾ ਮੰਨ ਲੈਂਦਾ, ਜੋ ਹੈ ਨਹੀਂ ਉਸ ਨੂੰ ਮੰਨ ਲੈਣਾ ਤੇ ਜੋ ਹੈ ਉਸ ਨੂੰ ਨਕਾਰ ਦੇਣਾ, ਇਸ ਨੂੰ ਕਹਿੰਦੇ ਨੇ ਮਿਥਿਆ, ਇਸ ਨੂੰ ਕਹਿੰਦੇ ਭਰਮ ਹੈ। ਜੋ ਇੱਥੇ ਕਦੀ ਵੀ ਨਹੀਂ ਸੀ ਅੱਜ ਇੱਕ ਛਾਂ ਦੇ ਰੂਪ ਵਿੱਚ ਦਿਸ ਰਿਹਾ ਹੈ ਸੰਸਾਰ, ਔਰ ਜੋ ਕਦੀ ਰਹੇਗਾ ਨਹੀਂ, ਸੁਪਨੇ ਵਾਂਗ ਹੈ, ਰੁੱਖ ਦੀ ਛਾਂ ਵਰਗਾ ਹੈ, ਬੱਦਲ ਦੀ ਛਾਂ ਵਰਗਾ ਹੈ, ਉਸ ਨੂੰ ਸੱਚ ਮੰਨ ਲੈਣਾ, ਉਸ ਨੂੰ ਸਦੀਵ ਮੰਨ ਲੈਣਾ, ਇਸ ਨੂੰ ਕਹਿੰਦੇ ਨੇ ਇਹ ਆਦਮੀ ਮਿਥਿਆ ਦੀ ਦੁਨੀਆ ਵਿੱਚ ਜੀ ਰਿਹਾ, ਮਿਥ ਕੇ ਭਰਮ ਵਿੱਚ ਭੁਲੇਖੇ ਵਿੱਚ ਜੀ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਦੋਂ ਮਨੁੱਖ ਆਪਣੇ ਕੰਨਾਂ ਨਾਲ ਦੂਸਰੇ ਦੀ ਨਿੰਦਾ ਸੁਣਨ ਵਿੱਚ ਰਸ ਪ੍ਰਤੀਤ ਕਰਦਾ ਹੈ, ਪਹਿਲਾ ਅੰਕ ਇਹਦੀ ਪਹਿਲੀ ਪੰਕਤੀ ਹੈ, ਮਿਥਿਆ ਸਰਵਨ ਪਰ ਨਿੰਦਾ ਸੁਣੈ। ਕਿੰਨੀ ਪ੍ਰਕਾਰ ਦੇ ਸਰੀਰ ਵਿੱਚ ਰਸ ਨੇ, ਉਹਨਾਂ ਵਿੱਚੋਂ ਇੱਕ ਰਸ ਹੈ ਕਰਨ ਰਸ, ਇੱਕ ਰਸ ਹੈ ਅੱਖ ਦਾ ਰਸ, ਨੇਤਰ ਰਸ, ਇੱਕ ਹੈ ਰਸਨਾ ਦਾ ਰਸ, ਸਪਰਸ਼ ਦਾ ਰਸ ਹੈ, ਗੰਧ ਦਾ ਰਸ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਅਸੀਂ ਆਪਣੇ ਕੰਨਾਂ ਨਾਲ ਕਿਸੇ ਦੂਸਰੇ ਆਦਮੀ ਦੀ ਨਿੰਦਿਆ ਸੁਣਦੇ ਹਾਂ ਜੋ ਸਾਡਾ ਵਿਰੋਧੀ ਹੈ, ਉਸ ਵਕਤ ਇੱਕ ਅੰਦਰ ਰਸ ਪੈਦਾ ਹੁੰਦਾ, ਇੱਕ ਸਵਾਦ ਪੈਦਾ ਹੁੰਦਾ ਹੈ, ਉਹ ਬਹੁਤ ਚੰਗਾ ਲੱਗਦਾ ਤੇ ਆਦਮੀ ਫਿਰ ਉਸ ਦਾ ਸਹਿਜੇ ਸਹਿਜੇ ਆਦੀ ਹੋ ਜਾਂਦਾ ਹੈ। ਉਹਦੇ ਵਿੱਚ ਪੈ ਕੇ, ਉਹਦੇ ਵਿੱਚ ਫਸ ਕੇ ਫਿਰ ਇੰਨਾ ਗੁਲਤਾਨ ਹੋ ਜਾਂਦਾ ਕਿ ਜਿਵੇਂ ਇੱਕ ਮ੍ਰਿਗ, ਇੱਕ ਹਿਰਨ ਜਦੋਂ ਜੰਗਲ ਵਿੱਚ ਬੈਠਾ ਹੈ, ਸ਼ਿਕਾਰੀ ਉਹਨੂੰ ਫੜਨ ਵਾਸਤੇ ਇੱਕ ਸੰਗੀਤ ਵਜਾਉਂਦਾ, ਇੱਕ ਸਾਜ਼ ਵਜਾਉਂਦਾ ਹੈ, ਤੇ ਹਿਰਨ ਦੇ ਵਿੱਚ ਜਿਹੜਾ ਸਭ ਤੋਂ ਪ੍ਰਬਲ ਰਸ ਹੈ ਉਹ ਹੈ ਸੁਣਨ ਦਾ, ਕੰਨ ਦਾ ਰਸ। ਉਹ ਸੁਣਦਾ ਸੁਣਦਾ ਇੰਨਾ ਗਾਫਲ ਹੋ ਜਾਂਦਾ, ਇੰਨਾ ਬੇਹੋਸ਼ ਹੋ ਜਾਂਦਾ ਹੈ ਕਿ ਉਸ ਨੂੰ ਆਪਣਾ ਆਪ ਵੀ ਭੁੱਲ ਜਾਂਦਾ ਹੈ। ਉਸ ਸੰਗੀਤ ਨੂੰ ਸੁਣਦਾ ਸੁਣਦਾ ਇੰਨਾ ਬੇਹੋਸ਼ ਹੋ ਜਾਂਦਾ ਹੈ, ਉਸ ਨੂੰ ਇਹ ਸਮਝ ਨਹੀਂ ਰਹਿੰਦੀ ਵੀ ਇਹ ਸੰਗੀਤ ਜੋ ਵਜਾ ਰਿਹਾ ਹੈ, ਇਹ ਸ਼ਿਕਾਰੀ ਮੇਰੇ ਗਲ ਵਿੱਚ ਰੱਸੀ ਪਾਏਗਾ, ਇਹ ਮੈਨੂੰ ਪਕੜ ਲਏਗਾ, ਮੇਰੀ ਮੌਤ ਦਾ ਕਾਰਨ ਬਣ ਜਾਏਗਾ। ਉਹ ਸਿੱਧਾ ਉਸ ਵੱਜਦੇ ਹੋਏ ਸੰਗੀਤ ਦੀ ਸੇਧ ਤੇ ਬੇਖੌਫ ਹੋ ਕੇ, ਗਾਫਲ ਹੋ ਕੇ, ਬੇਹੋਸ਼ ਹੋ ਕੇ ਜਿਉਂ ਤੁਰਦਾ ਉਹ ਸੰਗੀਤ ਸੁਣਦਾ ਸੁਣਦਾ ਬੇਖੁਦ ਹੋ ਕੇ ਉਹਦੇ ਸਾਹਮਣੇ ਜਾ ਕੇ ਖੜਾ ਹੋ ਜਾਂਦਾ ਤੇ ਸੁਣੀ ਜਾਂਦਾ ਹੈ, ਕੰਨ ਰਸ ਵਿੱਚ ਬੇਹੋਸ਼ ਹੋ ਗਿਆ। ਇਸੇ ਤਰ੍ਹਾਂ ਸ਼ਿਕਾਰੀ ਉਹਦੇ ਗਲ ਵਿੱਚ ਰੱਸੀ ਪਾ ਲੈਂਦਾ ਹੈ, ਉਹ ਸਦਾ ਵਾਸਤੇ ਗੁਲਾਮ ਹੋ ਗਿਆ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਸ ਮਨੁੱਖ ਦੇ ਸਰੀਰ ਵਿੱਚ ਇੱਕ ਨਹੀਂ ਕਈ ਪ੍ਰਕਾਰ ਦੇ ਰਸ ਨੇ ਜਿਹੜੇ ਇਹਨੂੰ ਗੁਲਾਮ ਕਰ ਦਿੰਦੇ ਨੇ, ਉਹਨਾਂ ਦਾ ਗੁਲਾਮ ਹੋਇਆ ਫਿਰਦਾ ਹੈ। ਫਿਰ ਕੰਨਾਂ ਦੇ ਰਸ ਵਿੱਚ ਪੈ ਕੇ ਲੱਭਦਾ ਫਿਰਦਾ ਕਿਸੇ ਥਾਂ ਤੇ ਚਾਰ ਗੱਲਾਂ ਸੁਣਨ ਨੂੰ ਮਿਲਣ, ਉਹਨਾਂ ਵਿੱਚੋਂ ਕੋਈ ਰਸ ਕਸ ਲਈਏ। ਭਾਵੇਂ ਕਿ ਗੁਰਬਾਣੀ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਪ੍ਰਸੰਗ ਵੀ ਆਉਂਦਾ ਹੈ, ਜਿਹਦੇ ਵਿੱਚ ਸਤਿਗੁਰੂ ਨੇ ਕਿਹਾ ਕਿ ਉਹ ਗੱਲ ਚੰਗੀ, ਉਹ ਵਿਖਿਆਨ ਚੰਗਾ, ਉਹ ਵਾਰਤਾ ਚੰਗੀ ਜਿਹਦੇ ਵਿੱਚ ਮਨੁੱਖ ਦੂਸਰੇ ਦੀ ਨਿੰਦਿਆ ਕਰਨ ਦੀ ਬਜਾਏ ਆਪਣੇ ਆਪ ਦੀ ਪੜਚੋਲ ਕਰਦਾ ਹੈ, ਆਪਣੇ ਆਪ ਨੂੰ ਵੇਖਦਾ ਹੈ। ਉਸ ਨੂੰ ਗੁਰੂ ਸਾਹਿਬ ਨੇ ਗੋਸ਼ਟੀ ਕਿਹਾ ਹੈ, ਸਿੱਧ ਗੋਸ਼ਟ ਉਹਦਾ ਨਾਮ ਹੈ। ਇਸ ਕਰਕੇ ਕੰਨ ਦਾ ਇੱਕ ਰਸ ਇਹਦੇ ਵਿੱਚ ਫਸ ਕੇ ਮਨੁੱਖ ਬੇਹੋਸ਼ ਹੋ ਜਾਂਦਾ। ਕੰਨ ਰਸ ਵਿੱਚ ਜਿਉਂ-ਜਿਉਂ ਇਹਦਾ ਆਦੀ ਹੁੰਦਾ ਤਿਉਂ-ਤਿਉਂ ਇਹਦੇ ਵਿੱਚ ਡਿੱਗਦਾ ਜਾਂਦਾ ਹੈ ਔਰ ਫਿਰ ਉਹਨੂੰ ਆਪਣੇ ਜੀਵਨ ਦਾ ਰਾਹ ਹੀ ਭੁੱਲ ਗਿਆ, ਉਹਦੇ ਵਿੱਚ ਫਸਦਾ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਰਸਾਂ ਦੇ ਵਿੱਚ ਕਈ ਲੋਕ ਇੰਨਾ ਸੌਂ ਜਾਂਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵੱਖਰੇ ਸ਼ਬਦ ਵਿੱਚ ਕਿਰਪਾ ਕਰਦੇ ਨੇ, ਕਹਿਣ ਲੱਗੇ ਸਰਵਣ ਸੋਏ ਸੁਣ ਨਿੰਦ ਵਿਚਾਰ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਆਪਣੀ ਓਲ ਹੈ। ਅਸੀਂ ਸੁੱਤੇ ਹੋਏ ਹਾਂ ਇਹਨਾਂ ਰਸਾਂ ਵਿੱਚ, ਕੋਈ ਕੰਨ ਦੇ ਰਸ ਵਿੱਚ ਕਦੀ ਸੌਂ ਜਾਂਦੇ ਹਾਂ, ਕਦੀ ਅਸੀਂ ਅੱਖ ਦੇ ਰਸ ਵਿੱਚ। ਇਸ ਤਰ੍ਹਾਂ ਇਹ ਸਾਰਾ ਕੁਝ ਮਿਥਿਆ ਹੈ, ਇਹ ਸਾਰਾ ਕੁਝ ਝੂਠ ਹੈ। ਸੱਚੇ ਪਾਤਸ਼ਾਹ ਜੀ ਇਹ ਬੜੇ ਪਿਆਰੇ ਬਚਨ ਉਚਾਰਨ ਕਰਦੇ, ਮਿਥਿਆ ਸਰਵਨ ਪਰ ਨਿੰਦਾ ਸੁਣਹਿ। ਆਪਣੇ ਕੰਨਾਂ ਨਾਲ ਆਪਣੇ ਵਿਰੋਧੀ ਦੀ ਨਿੰਦਿਆ ਸੁਣ ਕੇ ਜੋ ਅਸੀਂ ਇੱਕ ਸਵਾਦ ਪ੍ਰਤੀਤ ਕਰਨੇ ਆ, ਉਹ ਇੱਕ ਸਾਡਾ ਮਿਥਿਆ ਹੋਇਆ ਝੂਠਾ ਰਸ ਹੈ। ਉਹਦੇ ਨਾਲ ਸਾਡੇ ਮਨ ਦੇ ਵਿੱਚ ਮੈਲ ਵੜਨੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਮੈਲ ਜਿਹੜੀ ਹੈ, ਉਸ ਮੈਲ ਨੂੰ ਨਾਲ ਲੈ ਕੇ ਅਸੀਂ ਪਾਠ ਕਰਨੇ ਆ, ਪੂਜਾ ਕਰਨੇ ਆ, ਕਈ ਧਾਰਮਿਕ ਕਰਮ ਕਰੀ ਜਾਂਦੇ ਆ। ਇਹੀ ਕਾਰਨ ਹੈ, ਮਨ ਦੇ ਦੌੜਨ ਦਾ ਕਾਰਨ ਹੀ ਮੈਲ ਹੈ। ਤੇ ਸਭ ਤੋਂ ਜ਼ਿਆਦਾ ਮੈਲ ਕੰਨਾਂ ਦੇ ਰਾਹੀਂ ਬੰਦੇ ਵਿੱਚ ਆਉਂਦੀ। ਇਸ ਲਈ ਕਹਿੰਦੇ ਅੰਦਰ ਸਰਵਣ ਪਰ ਨਿੰਦਾ ਸੁਣੈ, ਇਹ ਵੀ ਮਿਥਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਦੇ ਤੋਂ ਰੋਕਦੇ ਹਨ। ਔਰ ਭਾਈ ਸਾਹਿਬ ਭਾਈ ਗੁਰਦਾਸ ਗੁਰਸਿੱਖ ਵਾਸਤੇ ਇੱਕ ਬਹੁਤ ਹੀ ਸੁੰਦਰ ਦਲੀਲ ਦੇ ਕੇ ਇੱਕ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਕਹਿੰਦੇ ਮੈਂ ਉਸ ਗੁਰਸਿੱਖ ਤੋਂ ਬਲਹਾਰ ਜਾਂਦਾ ਹਾਂ ਜਿਹੜਾ ਕਿਸੇ ਥਾਂ ਤੇ ਦੂਜੇ ਦੀ ਨਿੰਦਿਆ ਸੁਣ ਕੇ ਆਪਣੇ ਆਪ ਨੂੰ ਉੱਥੋਂ ਹਟਾ ਲੈਂਦਾ, ਆਪਣੇ ਆਪ ਨੂੰ ਪਾਸੇ ਤੇ ਕਰ ਲੈਂਦਾ। ਇਸ ਲਈ ਸਤਿਗੁਰੂ ਕਹਿੰਦੇ ਮਿਥਿਆ ਸਰਵਨ ਪਰ ਨਿੰਦਾ ਸੁਣੈ। ਇਸ ਕੁਕਰਮ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਣੀ ਸਾਹਿਬ ਵਿੱਚ ਵਿਵਰਜਿਤ ਕਰ ਰਹੇ ਨੇ। ਅਗਲੇ ਬਚਨ ਕੀਤੇ ਮਿਥਿਆ ਹਸਤ ਪਰ ਦਰਬ ਕੋ ਹਿਰੈ। ਕਿਸੇ ਦੂਸਰੇ ਦਾ ਹੱਕ, ਕਿਸੇ ਦੂਸਰੇ ਦੀ ਵਸਤੂ ਆਪਣੇ ਹੱਥਾਂ ਨਾਲ ਖੋਹਣ ਦਾ ਯਤਨ ਕਰਨਾ, ਇਹਦੇ ਅਰਥ ਨੇ ਹਸਤ ਦਾ ਅਰਥ ਹੈ ਹੱਥ, ਪਰ ਦਰਬ ਦਾ ਅਰਥ ਹੈ ਦੂਸਰੇ ਦਾ ਧਨ, ਕੋ ਹਿਰੈ, ਹਿਰੈ ਦਾ ਅਰਥ ਹੈ ਚੋਰੀ ਕਰਨਾ। ਕਿਸੇ ਦੂਜੇ ਦਾ ਧਨ ਚੋਰੀ ਕਰਨਾ ਇਹ ਵੀ ਮਿਥਿਆ ਹੈ, ਇਹ ਵੀ ਇੱਕ ਅਪਰਾਧ ਹੈ। ਔਰ ਦੂਸਰਾ ਇਹਦਾ ਹਿੱਸਾ, ਇੱਕ ਤੇ ਤੁਸੀਂ ਵੇਖੋਗੇ ਬਾਹਰੀ ਤੌਰ ਤੇ ਮਨੁੱਖ ਹੱਥਾਂ ਨਾਲ ਕਿਸੇ ਦਾ ਧਨ ਖੋਹਦਾ, ਉਹ ਤੇ ਕੈਮਰੇ ਦੀ ਪਕੜ ਵਿੱਚ ਆ ਗਿਆ। ਉਹ ਸਾਧ ਸੰਗਤ ਦੂਸਰੇ ਦਾ ਹੱਕ ਖੋਣਾ ਕਈ ਪ੍ਰਕਾਰ ਦਾ ਹੈ, ਇੱਕ ਤਰ੍ਹਾਂ ਦਾ ਨਹੀਂ। ਇੱਕ ਤਾਂ ਸਿੱਧਾ ਹੈ ਕਿ ਹੱਥ ਸਾਹਮਣੇ ਕਿਸੇ ਦੇ ਵਸਤੂ ਨੂੰ ਚੁੱਕਦੇ ਨੇ, ਅਸੀਂ ਦੇਖ ਲੈਂਦੇ ਹਾਂ। ਇੱਕ ਦੂਸਰਾ ਤਰੀਕਾ ਹੈ, ਉਹਨੂੰ ਕਹਿੰਦੇ ਨੇ ਕੂਟਨੀਤਿਕ ਤਰੀਕਾ। ਕਿਸੇ ਚਾਲ ਨਾਲ, ਕਿਸੇ ਤਰੀਕੇ ਨਾਲ ਸਿੱਧੇ ਨਹੀਂ ਹੱਥ ਪਾਉਣੇ, ਉਸ ਆਦਮੀ ਨੂੰ ਐਸੇ ਢੰਗ ਵਿੱਚ ਫਸਾ ਦੇਣਾ, ਐਸੇ ਤਰੀਕੇ ਵਿੱਚ ਫਸਾ ਕੇ ਉਹਦੇ ਹੱਕ ਖੋਈ ਜਾਣੇ। ਸਿੱਧਾ ਉਸ ਨੂੰ ਨਹੀਂ ਖੋਣਾ ਕੁਝ ਵੀ ਉਹਦੇ ਕੋਲੋਂ, ਤਰੀਕੇ ਨਾਲ ਉਹਦੇ ਹੱਕ ਖੋਹ ਲੈਣੇ। ਤੇ ਜਿਹੜੇ ਇਹ ਦੋ ਤਰੀਕੇ ਨੇ, ਇਹਨਾਂ ਤੋਂ ਬਿਨਾਂ ਇੱਕ ਤੀਸਰਾ ਜੋ ਬੰਦੇ ਦੇ ਮਨ ਨਾਲ ਸੰਬੰਧਿਤ ਹੈ, ਉਹ ਸਾਧ ਸੰਗਤ ਜੀ
ਉਹ ਹੈ ਮਨ ਨਾਲ ਅੰਦਰੋਂ ਚਿਤਵਦੇ ਰਹਿਣਾ ਕਿ ਦੂਸਰੇ ਦੀਆਂ ਵਸਤੂਆਂ ਮੇਰੇ ਕੋਲ ਆ ਜਾਣ। ਇਹ ਵੀ ਉਹਦੇ ਨਾਲ ਜੁੜਿਆ ਹੋਇਆ। ਮਿਥਿਆ ਹਸਤ ਪਰ ਦਰਬ ਕੋ ਹਿਰੈ, ਔਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਕਹਿਣ ਲੱਗੇ ਧਾਰਮਿਕ ਜਗਤ ਵਿੱਚ ਬੰਦਾ ਕਈ ਚੰਗੇ ਕਰਮ ਵੀ ਕਰ ਲੈਂਦਾ ਹੈ, ਧਰਮ ਕਮਾਉਂਦਾ ਹੈ, ਔਰ ਜਦੋਂ ਸ਼ੁਭ ਕਰਮ ਕਰਦਾ ਹੈ ਤੇ ਧਰਮ ਕਮਾਉਂਦਾ ਹੈ, ਉਹਦੇ ਅੰਦਰ ਇੱਕ ਪੂੰਜੀ ਇਕੱਠੀ ਹੋ ਜਾਂਦੀ ਹੈ, ਉਹਦੇ ਅੰਦਰ ਇੱਕ ਖਜ਼ਾਨਾ ਇਕੱਠਾ ਹੋ ਜਾਂਦਾ ਹੈ। ਪਰ ਇਹ ਖਜ਼ਾਨਾ ਇਕੱਠਾ ਕਰਨ ਤੋਂ ਬਾਅਦ ਉਹ ਕੀ ਕਰਦਾ ਹੈ? ਸਾਹਿਬ ਸਤਿਗੁਰੂ ਬਾਣੀ ਵਿੱਚ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਕਹਿਣ ਲੱਗੇ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਪਰਾਈ ਵਸਤੂ ਨੂੰ ਅੰਦਰੋਂ ਕਲਪਦਾ ਰਹਿੰਦਾ ਹੈ, ਔਰ ਸਵੇਰੇ ਉੱਠਦਿਆਂ ਸਾਰ ਫਿਰ ਉਹਦੀ ਯਾਦ ਵਿੱਚ ਚੱਲਣ ਲੱਗ ਪੈਂਦੀ। ਦੂਸਰੇ ਦੀ ਕਿਸੇ ਵਸਤੂ ਨੂੰ ਕਿਵੇਂ ਆਪਣੇ ਹੱਥਾਂ ਵਿੱਚ ਲਵਾਂ, ਕਿਵੇਂ ਆਪਣੇ ਕੰਟਰੋਲ ਵਿੱਚ ਕਰ ਲਵਾਂ। ਦੂਸਰੇ ਦਾ ਧਨ, ਦੂਸਰੇ ਦੀ ਜ਼ਮੀਨ, ਦੂਸਰੇ ਦਾ ਮਕਾਨ, ਕੁਝ ਵੀ ਕਹਿ ਲਈਏ, ਇਹਦੇ ਵਾਸਤੇ ਚਿੱਤ ਵਧਾ ਰਹਿੰਦਾ ਹੈ। ਇਹਦੇ ਵਾਸਤੇ ਜਦੋਂ ਅਸੀਂ ਇੱਕ ਪਾਸੇ ਧਰਮ ਦੇ ਕੰਮ ਕਰਨੇ ਆ, ਬਾਣੀ ਪੜ੍ਹਨੇ ਆ, ਸਿਮਰਨ ਕਰਾਂਗੇ, ਸੇਵਾ ਕਰਾਂਗੇ, ਹੋਰ ਕਈ ਪ੍ਰਕਾਰ ਦੇ ਅਸੀਂ ਯਤਨ ਕਰਾਂਗੇ ਧਾਰਮਿਕ ਪੂੰਜੀ ਇਕੱਠੀ ਕਰਨ ਵਾਸਤੇ, ਉਹ ਜ਼ਰੂਰ ਇਕੱਠੀ ਹੋਵੇਗੀ। ਪਰ ਜਦੋਂ ਅਸੀਂ ਉਹ ਕਰਕੇ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਸਤ ਪਰਾਈ ਕੋ ਉਠ ਰੋਵੈ, ਅੰਦਰੋਂ ਦੂਜਿਆਂ ਦੀਆਂ ਵਸਤੂਆਂ ਵਾਸਤੇ ਰੋਂਦਾ ਰਹਿੰਦਾ, ਤਾਂ ਉਹਦੇ ਨਾਲ ਇਹ ਕੀਤਾ ਹੋਇਆ ਇਕੱਠਾ ਧਨ ਉਸੇ ਵੇਲੇ ਅੰਦਰੋਂ ਖਿਲਰ ਜਾਂਦਾ ਹੈ, ਚਲਾ ਜਾਂਦਾ ਹੈ। ਤਾਂ ਹੀ ਸਾਡੇ ਕੀਤੇ ਹੋਏ ਕਰਮ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਤਬਦੀਲੀ ਨਹੀਂ ਲਿਆਉਂਦੇ, ਫਰਕ ਨਹੀਂ ਪਾਉਂਦੇ, ਕਿਉਂਕਿ ਉਹਨਾਂ ਕਰਮਾਂ ਵਿੱਚ ਨੁਕਸ ਨਹੀਂ ਹੈ, ਉਹਨਾਂ ਸਾਧਨਾਂ ਵਿੱਚ ਨੁਕਸ ਨਹੀਂ ਹੁੰਦਾ। ਕਰਨ ਵਾਲਾ ਕਰ ਵੀ ਠੀਕ ਲੈਂਦਾ ਹੈ, ਪਰ ਕਰਕੇ ਫਿਰ ਉਹਨੂੰ ਗਵਾ ਦਿੰਦਾ। ਜਿਹਨੂੰ ਸਾਹਿਬ ਬਾਣੀ ਵਿੱਚ ਕਹਿੰਦੇ ਮਤ ਥੋੜੀ ਸੇਵ ਗਵਾਈਐ। ਜੇ ਮਤ ਥੋੜੀ ਹੋਵੇ, ਭਾਵ ਗੁਰੂ ਤੋਂ ਮਤ ਨਾ ਸਿੱਖੀ ਹੋਵੇ, ਤਾਂ ਫਿਰ ਅਸੀਂ ਬਹੁਤ ਕੁਝ ਕਰਨ ਤੋਂ ਬਾਅਦ ਵੀ ਉਹਨੂੰ ਗਵਾ ਦਿਆਂਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਉਪਦੇਸ਼ ਕਰ ਰਹੇ ਨੇ, ਕਹਿੰਦੇ ਮਿਥਿਆ ਹਸਤ ਪਰ ਦਰਬ ਕੋ ਹਿਰੈ, ਇਹ ਕੁਰੈਤ ਹੈ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਰਹਿਤ ਮਰਿਆਦਾ ਲਿਖੀ ਹੋਈ, ਧਿਆਨ ਦਿਓ, ਸਾਰੀ ਬਾਣੀ ਰਹਿਤ ਮਰਿਆਦਾ ਹੈ। ਕਿਉਂ ਨਹੀਂ ਰਹਿਤ ਮਰਿਆਦਾ? ਹਾਂ, ਇਹ ਰਹਿਤ ਮਰਿਆਦਾ ਸਾਨੂੰ ਮਾਫਕ ਨਹੀਂ ਆਉਂਦੀ। ਜਿਹੜੀ ਚੀਜ਼ ਸਾਨੂੰ ਚੰਗੀ ਨਾ ਲੱਗੇ ਅਸੀਂ ਕਹਿੰਦੇ ਉਹ ਹੈ ਹੀ ਨਹੀਂ। ਕੀ ਸੁਖਮਣੀ ਸਾਹਿਬ ਵਿੱਚ ਆ ਤੁਸੀਂ 2 ਬਚਨ ਸੁਣੇ ਨੇ, ਇਹ ਰਹਿਤ ਮਰਿਆਦਾ ਨਹੀਂ ਹੈ। ਸਾਧ ਸੰਗਤ ਜੀ, ਅਸੀਂ ਰਹਿਤ ਮਰਿਆਦਾ ਸਿਰਫ ਸਮਝ ਲਈ ਕਿ ਦਸਤਾਰ ਦੇ ਚੱਕਰ ਬਣਾ ਕੇ ਰੱਖਣੇ, ਉਹ ਚੰਗੀ ਚੀਜ਼, ਉਹ ਬਾਹਰਲੀ ਚੀਜ਼ ਹੈ। ਅਸੀਂ ਰਹਿਤ ਮਰਿਆਦਾ ਨੂੰ ਇੱਕ ਹੱਦ ਬੰਨੀ ਵਿੱਚ ਬੰਨ੍ਹ ਦਿੱਤਾ, ਪਰ ਸਤਿਗੁਰੂ ਨੇ ਰਹਿਤ ਮਰਿਆਦਾ ਗੁਰਬਾਣੀ ਦੇ ਵਿੱਚ ਲਿਖੀ। ਜਿਹੜੀਆਂ ਬਜਰ ਕਰੈਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀਆਂ ਸਾਨੂੰ, ਉਹ ਗੁਰਬਾਣੀ ਵਿੱਚ ਸਾਰੀਆਂ ਮੌਜੂਦ ਨੇ। ਹਾਂ, ਜਿਹੜਾ ਸਰੂਪ, ਜਿਹੜੇ ਵਸਤਰ, ਜਿਹੜੇ ਕਕਾਰ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖ ਨੂੰ ਬਖਸ਼ੇ ਨੇ, ਉਹ ਵੀ ਇੱਕ ਰਹਿਤ ਮਰਿਆਦਾ ਹੈ। ਸਿੱਖ ਨੇ ਉਸ ਸਿੰਬਲ ਨੂੰ, ਉਹਨਾਂ ਪ੍ਰਤੀਕਾਂ ਨੂੰ ਜ਼ਰੂਰ ਜ਼ਿੰਦਗੀ ਵਿੱਚ ਵਰਤਣਾ ਹੈ, ਉਹਨਾਂ ਤੋਂ ਇਨਕਾਰ ਨਹੀਂ ਕਰਨਾ। ਗੁਰੂ ਦਾ ਦਿੱਤਾ ਹੋਇਆ ਵੇਸ਼ ਵੀ ਧਾਰਨ ਕਰਨਾ ਹੈ, ਪਰ ਵੇਸ਼ ਧਾਰਨ ਕਰਕੇ ਗੁਰੂ ਦੇ ਦੇਸ਼ ਵਿੱਚ ਪ੍ਰਵੇਸ਼ ਵੀ ਕਰਨਾ ਹੈ। ਇਹ 3 ਚੀਜ਼ਾਂ ਇਕੱਠੀਆਂ ਨੇ। ਵੇਸ਼ ਦਾ ਅਰਥ ਕੀ ਹੈ? ਅਸੀਂ ਉਹਦੇ ਦੇਸ਼ ਵਿੱਚ ਪ੍ਰਵੇਸ਼ ਕਰ ਜਾਈਏ। ਜੇ ਵੇਸ਼ ਪਾਈ ਰੱਖਿਆ, ਕੋਈ ਬੰਦਾ ਆਪਣੇ ਸਰੀਰ ਤੇ ਪੁਲਿਸ ਦੀ ਵਰਦੀ ਪਾ ਕੇ ਰੱਖੇ, ਥਾਣੇ ਦਾ ਦਰਵਾਜ਼ਾ ਕਦੀ ਨਹੀਂ ਲੰਘਿਆ, ਡਿਊਟੀ ਕਦੀ ਕੀਤੀ ਨਹੀਂ, ਕਾਹਦੇ ਕੰਮ ਆਏਗਾ? ਤੇ ਸਹਿਜੇ ਸਹਿਜੇ ਲੋਕ ਉਹਨੂੰ ਕੀ ਕਹਿਣਗੇ? ਲੋਕ ਕਹਿਣ ਲੱਗ ਪੈਣਗੇ ਇਹ ਤੇ ਮੰਗਣ ਵਾਲਾ ਬਰੂਪੀਆ ਹੈ, ਇਹ ਪੁਲਿਸ ਦਾ ਆਦਮੀ ਨਹੀਂ ਹੈ, ਇਹ ਉਧਾਰੀ ਜਾਂ ਮੁੱਲ ਲੈ ਕੇ ਵਰਦੀ ਪਾ ਕੇ ਫਿਰਦਾ ਪਿਆ। ਇਸੇ ਤਰ੍ਹਾਂ ਜਿਹੜੇ ਸਾਨੂੰ ਵਸਤਰ ਦਿੱਤੇ ਉਹ ਜ਼ਰੂਰੀ ਨੇ, ਜੋ ਸਤਿਗੁਰਾਂ ਨੇ ਬਖਸ਼ੇ, ਪਰ ਉਹਨਾਂ ਵਸਤਰਾਂ ਨੂੰ ਪਾ ਕੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਵਿੱਚ ਪ੍ਰਵੇਸ਼ ਕਰ ਜਾਈਏ, ਉਸ ਰਾਹ ਤੇ ਤੁਰੀਏ। ਫਿਰ ਉਹਨਾਂ ਵਸਤਰਾਂ ਦੀ ਬੜੀ ਕੀਮਤ ਹੈ, ਬਹੁਤ ਉਹਨਾਂ ਦਾ ਪ੍ਰਭਾਵ ਹੈ, ਕਿਉਂਕਿ ਜਿਹੜੀ ਸਾਧ ਸੰਗਤ ਦੀ ਵਰਦੀ ਯੂਨੀਫਾਰਮ ਹੈ, ਉਹਦੇ ਵਿੱਚ ਬੜੀ ਤਾਕਤ ਹੈ। ਤਾਂ ਇੱਥੇ ਕਹਿੰਦੇ ਇਹ ਵੀ ਇੱਕ ਮਰਿਆਦਾ ਦੱਸੀ। ਅੱਗੇ ਬਚਨ ਕੀਤੇ ਮਿਥਿਆ ਨੇਤਰ ਪੇਖਦ ਪਰਤਰੇ ਰੂਪਾਦ। ਅੱਖਾਂ ਦੇ ਨਾਲ, ਨੇਤਰ ਦਾ ਅਰਥ ਹੈ ਅੱਖਾਂ,
ਪਰ ਤ੍ਰੈ, ਤ੍ਰੈ ਦਾ ਅਰਥ ਹੈ ਇਸਤਰੀ। ਇਸਤਰੀ ਵਾਸਤੇ ਪੁਰਸ਼ ਹੈ, ਪੁਰਸ਼ ਵਾਸਤੇ ਇਸਤਰੀ ਹੈ, ਦੋਵਾਂ ਵਾਸਤੇ ਇੱਕੋ ਜਿਹਾ ਉਪਦੇਸ਼। ਪਰ ਤ੍ਰੈ, ਦੂਸਰੀ ਇਸਤਰੀ, ਦੂਸਰਾ ਪੁਰਸ਼। ਔਰ ਇੱਥੇ ਸ਼ਬਦ ਵਰਤਿਆ ਰੂਪ ਆਦ, ਰੂਪ ਪਲਸ ਆਦ। ਇਹਦਾ ਮਤਲਬ ਇਹ ਹੈ ਵੀ ਇਕੱਲਾ ਇੱਥੋਂ ਤੱਕ ਸੀਮਤ ਨਹੀਂ, ਕੋਈ ਬੰਦਾ ਦੂਸਰੇ ਦਾ ਰੂਪ ਨਹੀਂ ਵੇਖਦਾ, ਹੋਰ ਵੀ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਬੰਦਾ ਅੱਖ ਰੱਖ ਲੈਂਦਾ ਹੈ। ਰੂਪ ਤੋਂ ਬਿਨਾਂ ਕਿਸੇ ਦੇ ਧਨ ਤੇ, ਕਿਸੇ ਦੇ ਸਾਧ ਸੰਗਤ ਅਹੁਦੇ ਤੇ ਉਹਨੂੰ ਹਟਾ ਕੇ ਆਪ ਉੱਥੇ ਬਹਿਣਾ, ਕਈ ਪ੍ਰਕਾਰ ਦਾ ਦੂਸਰੇ ਦਾ ਹੱਕ ਹੈ। ਇਹ ਸਾਰੀ ਮਰਿਆਦਾ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਮਝਾ ਰਹੇ ਨੇ। ਕਹਿਣ ਲੱਗੇ ਇਹ ਹੈ ਅੱਖ ਦਾ ਰੋਗ। ਅੱਖ ਦੇ ਰੋਗ ਵਿੱਚ ਬਹੁਤ ਸਾਰਾ ਸੰਸਾਰ ਗ੍ਰਸਿਆ ਜਾਂਦਾ ਹੈ ਔਰ ਅੱਖ ਦੇ ਰਾਹੀਂ ਸਾਰਾ ਜਗਤ, ਜੇ ਇਹ ਦਰਵਾਜ਼ਾ ਟੁੱਟ ਗਿਆ, ਅੱਖ ਇੱਕ ਦਰਵਾਜ਼ਾ ਹੈ ਜਿਹਦੇ ਰਾਹੀਂ ਬੰਦਾ ਨਿਕਲ ਕੇ ਬਾਹਰ ਸੰਸਾਰ ਵਿੱਚ ਜਾਂਦਾ। ਜੇ ਤਾਂ ਗੁਰੂ ਕਿਰਪਾ ਕਰੇ, ਸਿੱਖ ਨੂੰ ਆਪਣੇ ਦਰਵਾਜ਼ੇ, ਜਿਵੇਂ ਆਪਾਂ ਘਰ ਨੂੰ ਦਰਵਾਜ਼ੇ ਲੱਗੇ ਨੇ, ਜੇ ਤਾਂ ਉਹਨੂੰ ਦਰਵਾਜ਼ਾ ਖੋਲ ਕੇ ਤੇ ਬੰਦ ਕਰਨ ਦੀ ਜਾਚ ਆ ਜਾਏ, ਦਰਵਾਜ਼ਾ ਸੁਖਦਾਈ ਹੈ। ਦਰਵਾਜ਼ੇ ਤੋਂ ਬਿਨਾਂ ਘਰ ਕਾਹਦਾ? ਜਿਸ ਘਰ ਨੂੰ ਦਰਵਾਜ਼ਾ ਨਹੀਂ ਉਹ ਕਾਹਦਾ ਘਰ? ਜਿਹੜਾ ਖੁੱਲ੍ਹਦਾ ਹੀ ਨਹੀਂ ਦਰਵਾਜ਼ਾ ਉਹ ਵੀ ਘਰ ਕਾਹਦਾ? ਪਰ ਜਿਹੜੇ ਘਰ ਦਾ ਦਰਵਾਜ਼ਾ ਖੁੱਲ੍ਹ ਜਾਏ ਤੇ ਪਰਤ ਕੇ ਬੰਦ ਹੀ ਨਾ ਹੋਵੇ, ਉਹਦੇ ਤੋਂ ਵੀ ਬਦਤਰ। ਉਹਦੇ ਵਿੱਚ ਜੋ ਕੁੱਤਾ ਬਿੱਲਾ ਆ ਕੇ ਰੋਜ਼ ਵੜ ਜਾਏਗਾ। ਅੱਖਾਂ ਦਰਵਾਜ਼ਾ ਨੇ ਮਨੁੱਖ ਦਾ, ਖੁੱਲ੍ਹਣੀਆਂ ਚਾਹੀਦੀਆਂ ਨੇ। ਇਹਦੇ ਰਾਹੀਂ ਬੰਦਾ ਸੰਸਾਰ ਵਿੱਚ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਸਰੀਰ ਨੂੰ 9 ਦਰਵਾਜ਼ੇ ਲਾਏ ਨੇ। ਦਰਵਾਜ਼ੇ ਕਾਹਦੇ ਵਾਸਤੇ ਹੁੰਦੇ ਨੇ? ਲੋੜ ਪੈਣ ਤੇ ਖੋਲ੍ਹ ਲੈਣੇ। ਤਾਜ਼ੀ ਹਵਾ ਅੰਦਰ ਆ ਗਈ ਤੇ ਹਨੇਰੀ ਆ ਗਈ, ਮਿੱਟੀ ਆ ਗਈ ਤੇ ਅਸੀਂ ਕਹਿੰਦੇ ਹਾਂ ਜਲਦੀ ਜਲਦੀ ਬੰਦ ਕਰ ਦਿਓ, ਮਿੱਟੀ ਨਾ ਅੰਦਰ ਆ ਜਾਏ। ਸਤਿਗੁਰੂ ਨੇ ਇਹਨਾਂ ਨੂੰ ਦਰਵਾਜ਼ੇ ਤਾਂ ਕਿਹਾ, ਉਹਨਾਂ ਦਾ ਭਾਵ ਇਹ ਸੀ ਕਿ ਇਹ ਜਿਹੜੇ ਨੱਕ, ਕੰਨ ਆਦਿਕ ਤੇਰੇ ਜੀਵਨ ਦੇ ਦਰਵਾਜ਼ੇ ਨੇ, ਜਦੋਂ ਤਾਂ ਮੌਸਮ ਠੀਕ ਹੁੰਦਾ ਹੈ, ਜਦੋਂ ਤੂੰ ਗੁਰੂ ਕੀ ਸੰਗਤ ਵਿੱਚ ਆਉਣਾ ਹੈ, ਜਦੋਂ ਤੂੰ ਗੁਰਮੁਖਾਂ ਵਿੱਚ ਆਉਣਾ ਹੈ, ਉਦੋਂ ਇਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਦਿਆ ਕਰ। ਅੱਖਾਂ ਖੋਲ੍ਹ ਕੇ ਦਰਸ਼ਨ ਕਰਿਆ ਕਰ ਗੁਰਮੁਖਾਂ ਦੇ, ਕੰਨ ਖੋਲ੍ਹ ਕੇ ਗੁਰੂ ਕੀ ਬਾਣੀ ਸੁਣਿਆ ਕਰ, ਸਾਰੇ ਦਰਵਾਜ਼ੇ ਖੋਲ੍ਹ ਦਿਆ ਕਰ। ਉਹਨਾਂ ਦਾ ਤਾਜ਼ਾਪਣ ਤੇਰੇ ਅੰਦਰ ਚਲਾ ਜਾਏਗਾ। ਪਰ ਜਦੋਂ ਕਿਤੇ ਦੁਰਮਤ ਦੀ ਹਨੇਰੀ ਆਉਂਦੀ ਏ, ਉਸ ਵੇਲੇ ਤੂੰ ਆਪਣੇ ਦਰਵਾਜ਼ੇ ਬੰਦ ਕਰ ਲਿਆ ਕਰ। ਉਸ ਵੇਲੇ ਉਹ ਮਿੱਟੀ ਘੱਟਾ ਅੰਦਰ ਨਾ ਜਾਏ। ਇਹ ਸਤਿਗੁਰਾਂ ਨੇ ਸਾਨੂੰ ਤਾਂ ਦਰਵਾਜ਼ੇ ਕਹੇ। ਇਸ ਕਰਕੇ ਇਹ ਅੱਖਾਂ ਦਰਵਾਜ਼ਾ ਹਨ ਸੰਸਾਰ ਨੂੰ ਵੇਖਣ ਵਾਸਤੇ, ਝਰੋਖਾ ਹਨ, ਇਹਦੇ ਵਿੱਚੋਂ ਵੇਖ ਲਈਦਾ। ਪਰ ਬਹੁਤਾਤ ਦੇ ਵਿੱਚ ਕੀ ਹੁੰਦਾ, ਸਾਨੂੰ ਦਰਵਾਜ਼ਾ ਖੋਲ੍ਹਣ ਦੀ ਜਾਚ ਆ ਜਾਂਦੀ, ਬੰਦ ਕਰਨ ਦੀ ਨਹੀਂ ਰਹਿੰਦੀ। ਇਸ ਕਰਕੇ ਬਹੁਤ ਸਾਰਾ ਕੂੜਾ ਕਬਾੜ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਸਾਡੇ ਮਨ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਉਸ ਸਾਰੇ ਕੁਝ ਨੂੰ ਅਸੀਂ ਅੰਦਰ ਰੱਖ ਕੇ ਪਾਠ ਪੂਜਾ ਕਰਨੇ ਆ, ਹੋਰ ਅੰਦਰ ਕਈ ਕੁਝ ਸਿੱਟੀ ਜਾਂਦੇ ਆ, ਤੇ ਫਿਰ ਕੁਦਰਤੀ ਤੌਰ ਤੇ ਮਨ ਨੇ ਤੇ ਭੱਜਣਾ ਹੀ ਹੈ। ਕਿਉਂਕਿ ਜਿਸ ਜ਼ਖਮ ਦੇ ਵਿੱਚ ਪਾਕ ਹੋਵੇਗੀ ਸਾਧ ਸੰਗਤ, ਉਹਦੇ ਵਿੱਚ ਦਰਦ ਜ਼ਰੂਰ ਹੋਵੇਗੀ। ਜਿਸ ਮਨ ਦੇ ਵਿੱਚ ਮੈਲ ਹੋਏਗੀ ਉਹ ਜ਼ਰੂਰ ਦੌੜੇਗਾ, ਜ਼ਰੂਰ ਭੱਜੇਗਾ। ਉਹ ਤੇ ਨਿਸ਼ਾਨੀ ਹੈ ਕਿ ਇਹਦੇ ਵਿੱਚ ਕਿਤੇ ਨੁਕਸ ਹੈ, ਉਹ ਖਬਰ ਦੇ ਰਿਹਾ ਤੇਰੇ ਵਿੱਚ ਕਿਤੇ ਬਿਮਾਰੀ ਹੈ, ਤਾਂ ਦੌੜਦਾ ਹੈ। ਜੇ ਅੰਦਰੋਂ ਸਾਫ਼ ਹੋ ਗਿਆ ਫਿਰ ਕਿੱਥੇ ਦੌੜਨਾ ਹੈ। ਇਸ ਲਈ ਕਹਿੰਦੇ ਹਨ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ। ਅਗਲੇ ਬਚਨ ਕੀਤੇ, ਕਹਿੰਦੇ ਮਿਥਿਆ ਰਸਨਾ ਭੋਜਨ ਅੰਨ ਸਵਾਦ। ਬੜੇ ਤੋਲ ਤੋਲ ਕੇ ਸ਼ਬਦ ਬੋਲੇ ਨੇ ਗੁਰੂ ਸਾਹਿਬ ਨੇ। ਇਹ ਨਹੀਂ ਕਿਹਾ ਵੀ ਕੱਲਾ ਸਵਾਦ, ਅੰਨ ਸਵਾਦ, ਕਿਉਂਕਿ ਸਵਾਦ ਤੋਂ ਬਿਨਾਂ ਭੋਜਨ ਕਿਵੇਂ ਖਾਈਏ। ਕਈ ਸੱਜਣ ਕਹਿੰਦੇ ਨੇ ਬੇਸਵਾਦਾ ਭੋਜਨ ਖਾਓ ਤੇ ਵਿਕਾਰਾਂ ਤੋਂ ਬਚ ਜਾਓਗੇ। ਬੜੇ ਲੋਕ ਨੇ ਅਨਾਜ ਉਬਾਲ ਕੇ ਖਾਂਦੇ ਨੇ, ਕਹਿੰਦੇ ਚਲੋ ਜੇ ਕਿਸੇ ਨੂੰ ਕੋਈ ਸਾਧਨ ਕੰਮ ਦਿੰਦਾ ਤਾਂ ਕਰ ਲੈਣਾ ਚਾਹੀਦਾ। ਪਰ ਇੱਥੇ ਸਾਹਿਬ ਕਹਿੰਦੇ ਅੰਨ ਸਵਾਦ। ਕੁਝ ਸਵਾਦ ਐਸੇ ਨੇ ਜਿਹੜੇ ਸਰੀਰ ਦੀ ਲੋੜ ਨੇ, ਉਹ ਬੰਦੇ ਨੂੰ ਲੈਣੇ ਹੀ ਪੈਣਗੇ। ਜਿਹੜਾ ਉਹਨੂੰ ਨਮਕ ਚਾਹੀਦਾ ਉਹ ਵੀ ਉਹਨਾਂ ਕੁ ਲੈਣਾ ਪਏਗਾ। ਜਿੰਨੀ ਕੋਈ ਸ਼ੂਗਰ ਮੰਗਦਾ ਸਰੀਰ, ਮਿੱਠਾ ਮੰਗਦਾ, ਉਹ ਵੀ ਉਹਨੂੰ ਸਵਾਦ ਲੈਣਾ ਪਏਗਾ। ਕੀ ਛੱਡਣਾ ਹੈ? ਅੰਨ ਸਵਾਦ। ਅੰਨ ਸਵਾਦ ਦਾ ਮਤਲਬ ਉਹ ਭੋਜਨ ਜਿਹੜੇ ਤੇਰੇ ਸਰੀਰ ਨੂੰ ਨੁਕਸ ਪਾਉਂਦੇ ਨੇ। ਖਾਸ ਕਰਕੇ ਉਹ ਭੋਜਨ ਮਨੁੱਖ ਨੂੰ ਜਿਹੜੇ ਰੋਗੀ ਕਰਦੇ ਨੇ। ਵੈਸੇ ਤਾਂ ਜਦੋਂ ਆਰੰਭ ਵਿੱਚ ਸੰਸਾਰ ਚੱਲਿਆ, ਉਸ ਵੇਲੇ ਅਗਨੀ ਦੀ ਵਰਤੋਂ ਭੋਜਨ ਵਿੱਚ ਨਹੀਂ ਸੀ ਕੀਤੀ ਜਾਂਦੀ।
ਜਿਵੇਂ ਅੱਜ ਤੁਸੀਂ ਪਸ਼ੂ ਪੰਛੀ ਵੇਖਦੇ ਹੋ ਨਾ, ਉਹਨਾਂ ਨੂੰ ਰੋਗ ਕਿਉਂ ਨਹੀਂ? ਤੁਸੀਂ ਕਦੀ ਵੇਖਿਆ ਕਿਸੇ ਮੱਝ ਗਾਂ ਨੂੰ ਪੱਠੇ ਪਾਉਣੇ ਨੇ, ਪਹਿਲਾਂ ਗਰਮ ਕਰੋ ਉਸ ਨੂੰ, ਪਹਿਲਾਂ ਉਬਾਲੋ? ਨਹੀਂ, ਸਿੱਧੇ ਪਾ ਦਿੰਦੇ ਨੇ। ਜਿੰਨੇ ਪੰਛੀ ਨੇ ਉਹ ਸਿੱਧਾ ਭੋਜਨ ਖਾਂਦੇ ਨੇ, ਉਹ ਅੱਗ ਦੇ ਵਿੱਚੋਂ ਨਹੀਂ ਲੰਘਾਉਂਦੇ। ਜਿੰਨਾ ਜਿੰਨਾ ਅਸੀਂ ਇਹਨਾਂ ਚੀਜ਼ਾਂ ਨੂੰ, ਅੱਜ ਤੇ ਹਰ ਇੱਕ ਚੀਜ਼ ਇਕੱਲੀ ਅੱਗ ਵਿੱਚੋਂ ਉਬਾਲੀ ਨਹੀਂ ਜਾਂਦੀ, ਉਸ ਨੂੰ ਇੱਕ ਗੈਰ ਕੁਦਰਤੀ ਤਰੀਕੇ ਨਾਲ ਵਾਰ-ਵਾਰ ਸਾੜਿਆ ਜਾਂਦਾ ਹੈ, ਤਲਿਆ ਜਾਂਦਾ ਹੈ, ਜਿਹਦੇ ਨਾਲ ਕੀ ਹੁੰਦਾ ਹੈ ਕਿ ਇਹ ਬੰਦੇ ਦੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੇ ਰੋਗ ਪੈਦਾ ਹੁੰਦੇ ਨੇ। ਹੁੰਦਾ ਉਹ ਰਸਨਾ ਦਾ ਇੱਕ ਅਨਸਵਾਦ ਹੈ। ਅਨਸਵਾਦ ਦਾ ਮਤਲਬ ਸਵਾਦ ਹਿੱਤ ਉਹ ਵਸਤੂਆਂ ਖਾਣੀਆਂ ਜਿਹੜੀਆਂ ਸਰੀਰ ਦੇ ਅੰਦਰ ਰੋਗ ਪੈਦਾ ਕਰਦੀਆਂ ਨੇ। ਸਵਾਦ ਹਿੱਤ ਸਰੀਰ ਨੇ ਦੱਸ ਦੇਣਾ ਕਿ ਹੁਣ ਮੈਨੂੰ ਹੋਰ ਜ਼ਰੂਰਤ ਨਹੀਂ ਰਹੀ, ਪਰ ਭੋਜਨ ਸਵਾਦ ਲੱਗਣਾ ਤੇ ਖਾਈ ਜਾਣਾ। ਇਸ ਕਰਕੇ ਸਿਆਣਿਆਂ ਨੇ ਇੱਕ ਤੰਦਰੁਸਤ ਸਰੀਰ ਵਾਸਤੇ ਔਰ ਇੱਕ ਧਰਮ ਦੇ ਮਾਰਗ ਤੇ ਤੁਰਨ ਵਾਲੇ ਸਰੀਰ ਵਾਸਤੇ ਇੱਕ ਨੇਮ ਬਣਾਇਆ, ਬਹੁਤ ਸੁੰਦਰ ਵੰਡ ਕੀਤੀ ਏ। ਉਹ ਕਹਿੰਦੇ ਨੇ ਸਵੇਰ ਦਾ ਭੋਜਨ ਖਾ ਬਾਦਸ਼ਾਹ ਵਾਂਗੂ ਰੱਜ ਕੇ ਖਾ ਉਹਨੂੰ, ਜਿਹੜਾ ਫਿਰ ਦੁਪਹਿਰ ਦਾ ਭੋਜਨ ਹੈ ਉਸ ਨੂੰ ਖਾ ਆਮ ਬੰਦੇ ਵਾਂਗ, ਤੇ ਜਿਹੜਾ ਤੂੰ ਰਾਤ ਦਾ ਭੋਜਨ ਖਾਣਾ ਉਹ ਭਿਖਾਰੀ ਵਾਂਗੂ ਖਾ। ਭਿਖਾਰੀ ਵਾਂਗ ਮਤਲਬ ਇੱਕ ਅੱਧਾ ਪ੍ਰਸ਼ਾਦਾ, ਸਰੀਰ ਨੂੰ ਰੋਗ ਨਹੀਂ ਲੱਗੇਗਾ। ਪਰ ਜੇ ਇੱਕ ਆਦਮੀ ਰਾਤ ਦੇ 11 ਵਜੇ ਚੰਗੀ ਤਰ੍ਹਾਂ ਸਾਧ ਸੰਗਤ ਪੂਰੀ ਤਸੱਲੀ ਕਰਕੇ ਖਾ ਲੈਂਦਾ ਹੈ, ਜੇ ਇੰਨਾ ਰੱਜ ਕੇ ਉਹ ਕਵੇ ਵੀ ਸਵੇਰੇ ਉੱਠ ਕੇ ਮੈਂ ਨਾਮ ਅੰਮ੍ਰਿਤ ਨਾਲ ਜੁੜ ਜਾਵਾਂਗਾ, ਫਿਰ ਇਹ ਉਹਦਾ ਭਰਮ ਹੈ। ਉਹਨੇ ਕਿੱਥੇ ਜੁੜਨ ਦੇਣਾ? ਉਹਨੂੰ ਹੋਸ਼ ਕਿੱਥੇ ਆਵੇਗੀ? ਇਸ ਕਰਕੇ ਇਹ ਚੀਜ਼ਾਂ ਤਾਂ ਸਤਿਗੁਰੂ ਕਹਿ ਰਹੇ ਨੇ ਕਿ ਮਿਥਿਆ ਰਸਨਾ ਭੋਜਨ ਅੰਨ ਸਵਾਦ। ਸਵਾਦ ਤੂੰ ਲੈ, ਰੁਕਾਵਟ ਨਹੀਂ, ਪਰ ਤੂੰ ਅੰਨ ਸਵਾਦ ਨਾ ਲਈ। ਤੂੰ ਉਹਨਾਂ ਚੀਜ਼ਾਂ ਨੂੰ ਨਾ ਖਾ ਜੋ ਤੇਰੇ ਲਈ ਨਹੀਂ ਬਣੀਆਂ, ਜੋ ਕੁਦਰਤ ਨੇ ਤੇਰੇ ਲਈ ਤਿਆਰ ਨਹੀਂ ਕੀਤੀਆਂ, ਜੋ ਤੇਰਾ ਸਰੀਰ ਦਾ ਉਹਨਾਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ, ਉਹਨਾਂ ਨੂੰ ਖਾਣਾ ਨਹੀਂ ਚਾਹੀਦਾ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ, ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ। ਇਹ ਵੀ ਇੱਕ ਮਿਥਿਆ ਹੈ, ਇਹ ਵੀ ਇੱਕ ਜਿਹੜਾ ਹੈ ਗਲਤ ਰਸਤਾ ਹੈ। ਕੋਈ ਮਨੁੱਖ ਆਪਣੇ ਪੈਰਾਂ ਦੀ ਵਰਤੋਂ ਵਿਕਾਰ ਦੇ ਰਸਤੇ ਤੇ ਕਰਦਾ ਹੈ, ਉਹਦੀ ਜ਼ਿੰਦਗੀ ਦੇ ਪੁੰਨ ਸੜਨੇ ਸ਼ੁਰੂ ਹੋ ਜਾਂਦੇ। ਇਹ ਇੱਕ ਪਤਾ ਨਹੀਂ ਲੱਗਦਾ। ਗੁਰਸਿੱਖ ਦੇ ਪੈਰ ਜਿਹੜੇ ਨੇ ਗੁਰੂ ਵੱਲ ਆਉਂਦੇ, ਠੇਕੇ ਵੱਲ ਨਹੀਂ ਜਾਂਦੇ। ਗੁਰੂ ਕੇ ਸਿੱਖ ਦੇ ਜਿਹੜੇ ਚਰਨ ਨੇ ਉਸ ਪਾਸੇ ਵੱਲ ਤੁਰਦੇ ਨੇ ਜਿੱਥੇ ਉਹਨੂੰ ਜੀਵਨ ਦੀ ਸਿੱਖਿਆ ਮਿਲਣੀ ਹੈ, ਗੁਰਮੁਖਾਂ ਦੀ ਸੰਗਤ ਮਿਲਣੀ ਹੈ। ਪਰ ਜਿਹੜੇ ਪੈਰ ਲਗਾਤਾਰ ਸੰਸਾਰ ਵਿੱਚ ਭੱਜਦੇ ਨੇ, ਸੰਸਾਰ ਦੇ ਕੰਮ ਵਾਸਤੇ ਸਵੇਰ ਤੋਂ ਲੈ ਕੇ ਰਾਤ ਤੱਕ ਇੰਨਾ ਦੌੜਦਾ, ਇੰਨਾ ਭੱਜਦਾ ਕਿ ਸ਼ਾਮ ਨੂੰ ਉਹ ਡਿੱਗ ਪੈਂਦਾ। ਹੁਣ ਉਹ ਕਿਵੇਂ ਕਰੇਗਾ? ਇੱਥੇ ਦੌੜਨ ਦਾ ਸੰਬੰਧ, ਤੁਰਨ ਦਾ ਸੰਬੰਧ ਇਕੱਲਾ ਇਹ ਨਹੀਂ ਕਿ ਉਹ ਪਾਪ ਦੇ ਰਸਤੇ ਤੇ ਤੁਰਦਾ ਹੈ। ਸਾਧ ਸੰਗਤ, ਜਦੋਂ ਇਸ ਸਰੀਰ ਦੀ ਵਰਤੋਂ ਅਸੀਂ ਕੰਮਾਂ ਕਾਰਾਂ ਵਿੱਚ ਲੋੜ ਤੋਂ ਵੱਧ ਕਰ ਲੈਂਦੇ ਹਾਂ, ਇਹਨੂੰ ਬਹੁਤਾ ਥਕਾ ਦਿੰਦੇ ਹਾਂ, ਉਹ ਵੀ ਇੱਕ ਪਾਪ ਦੀ ਦੁਨੀਆ ਹੈ। ਸਰੀਰ ਨੂੰ ਬਹੁਤਾ ਥਕਾਣਾ ਇਹ ਵੀ ਇੱਕ ਪਾਪ ਦਾ ਰਸਤਾ ਹੈ। ਇਸ ਨੂੰ ਕਹਿ ਰਹੇ ਨੇ ਮਿਥਿਆ ਚਰਨ ਪਰ ਵਿਕਾਰ। ਵਿਕਾਰ ਤੋਂ, ਵਿਕਾਰ ਦਾ ਅਰਥ ਹੈ ਕਾਰ ਤੋਂ ਰਹਿਤ, ਜਿਹਦੀ ਲੋੜ ਨਾ ਹੋਵੇ। ਜਦੋਂ ਸਰੀਰ ਕੰਮ ਕਰਨਾ ਜਵਾਬ ਦੇ ਜਾਏ ਉਦੋਂ ਵੀ ਇਸ ਨੂੰ ਤੋਰੀ ਰੱਖਣਾ, ਫਿਰ ਉਹ ਥੱਕ ਜਾਏਗਾ, ਫਿਰ ਅਗਲੇ ਦਿਨ ਉਹ ਬਾਣੀ ਵਿੱਚ ਨਹੀਂ ਜੁੜੇਗਾ। ਇਹ ਵੀ ਇੱਕ ਅਪਰਾਧ ਦੀ ਦੁਨੀਆ। ਸਰੀਰ ਤੋਂ ਨਜਾਇਜ਼ ਕੰਮ ਲੈਣਾ, ਸਰੀਰ ਤੋਂ ਬਹੁਤਾ ਕੰਮ ਲੈਣਾ ਪਾਪ ਦੀ ਇੱਕ ਅਵਸਥਾ ਹੈ। ਇਸ ਨੂੰ ਕਹਿ ਰਹੇ ਨੇ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ। ਫਿਰ ਕਹਿੰਦੇ ਮਿਥਿਆ ਮਨ ਪਰ ਲੋਭ ਲੋਭਾਵੈ। ਸਾਡੇ ਮਨ ਦੇ ਵਿੱਚ ਨਿਰੰਤਰ ਕਈ ਪ੍ਰਕਾਰ ਦੇ ਫੁਰਨੇ ਉੱਠਦੇ ਰਹਿੰਦੇ ਨੇ। ਅਸੀਂ ਲਗਾਤਾਰ ਆਕਾਸ਼ ਦੇ ਵਿੱਚ ਕਈ ਮਹਿਲ ਬਣਾਉਂਦੇ ਰਹਿੰਦੇ। ਵੈਸੇ ਅੱਜ ਤੋਂ ਕੁਝ ਪਹਿਲਾ ਸਮਾਂ, ਕੁਝ ਸਾਲ ਪਹਿਲਾਂ ਇਹ ਚੀਜ਼ਾਂ ਨਹੀਂ ਸਨ। ਜਦੋਂ ਕੋਈ ਮਨੁੱਖ ਜਨਮ ਲੈਂਦਾ ਸੀ ਤੇ 15-20 ਸਾਲ 25 ਸਾਲ ਤੱਕ ਤੇ ਉਹਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਅੱਗੋਂ ਕੀ ਕਰਾਂਗਾ। ਹੁਣ ਅੱਜ ਇਹ ਵਿੱਦਿਆ ਕਰਕੇ ਜਾਂ ਇੰਟਰਨੈਟ ਕਰਕੇ ਜਾਂ ਜਿੰਨੇ ਵੀ ਕਰੰਟ ਮੀਡੀਆ ਹੈ ਜਿਹਦੇ ਰਾਹੀਂ ਸਾਰਾ ਸੰਸਾਰ ਸਾਡੇ ਸਾਹਮਣੇ ਖੁੱਲ੍ਹ ਜਾਂਦਾ। ਵੱਡੀਆਂ ਵੱਡੀਆਂ ਚੀਜ਼ਾਂ ਵੇਖ ਵੇਖ ਕੇ ਨੈੱਟ ਤੋਂ, ਅਖਬਾਰਾਂ ਤੋਂ, ਰਸਾਲਿਆਂ ਤੋਂ, ਟੀਵੀ ਦੇ ਰਾਹੀਂ
ਜਿਉਂ-ਜਿਉਂ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਵੇਖਦੇ ਹਾਂ, ਤਿਉਂ-ਤਿਉਂ ਬੰਦੇ ਦਾ ਮਨ ਉਹਨਾਂ ਨੂੰ ਪ੍ਰਾਪਤ ਕਰਨ ਲਈ ਭੱਜਦਾ ਹੈ। ਹੁਣ ਪ੍ਰਾਲਬਤ ਤੇ ਇੰਨੀ ਹੈ ਨਹੀਂ, ਇੱਕ ਆਦਮੀ ਇੰਨੀਆਂ ਵਸਤੂਆਂ ਕਿਵੇਂ ਪੈਦਾ ਕਰੇਗਾ? ਤਾਂ ਫਿਰ ਕੁਦਰਤ ਕੀ ਕਰਦੀ ਕਿ ਉਹ ਬਾਹਰੋਂ ਤੇ ਪ੍ਰਾਪਤ ਕਰ ਨਹੀਂ ਸਕਦਾ, ਉਹ ਆਦਮੀ ਇੱਕ ਹੋਰ ਵਿਵਸਥਾ, ਇੱਕ ਹੋਰ ਤਰੀਕਾ ਲੱਭ ਲੈਂਦਾ। ਉਹ ਕਹਿੰਦਾ ਵੀ ਇੱਕ ਗੱਡੀ ਬਾਹਰੋਂ ਖਰੀਦਣ ਜਾਵਾਂਗੇ, 20 ਲੱਖ ਰੁਪਈਆ 40 ਲੱਖ ਨਾ ਇਕੱਠਾ ਹੋਵੇ ਨਾ ਖਰੀਦੀ ਜਾਏ। ਉਹ ਫਿਰ ਕੀ ਕਰਦਾ? ਉਹ ਤੇ ਕੰਮ ਹੋਣਾ ਨਹੀਂ, ਨਾ ਇੰਨੀ ਮਾਇਆ। ਉਹ ਫਿਰ ਕੀ ਕਰਦਾ ਵੀ ਉਹ ਬਾਹਰ 40 ਲੱਖ ਇਕੱਠਾ ਕਰਨ ਦੀ ਬਜਾਏ ਆਪਣੇ ਮਨ ਵਿੱਚ ਇਕੱਠਾ ਕਰਦਾ। ਮਿਥਿਆ ਮਨ ਪਰ ਲੋਭ ਲੁਭਾਵੇ, ਮਨ ਵਿੱਚ ਇਕੱਠਾ ਕਰਦਾ, ਉਸਨੂੰ ਇੱਕ ਬੰਤਰ ਬਣਾਉਂਦਾ, ਇੱਕ ਖਿਆਲ ਬਣਾਉਂਦਾ, ਉਸ ਦੀ ਤਸਵੀਰ ਘੜਦਾ, ਇੱਕ ਮਿਥਿਆ ਆਈਡੀਆ ਕਰ ਲੈਂਦਾ, ਫਿਕਸ ਕਰ ਲੈਂਦਾ ਵੀ ਮੇਰੇ ਕੋਲ ਇੰਨੀ ਮਾਇਆ ਆ ਗਈ। ਫਿਰ ਉਹਨੂੰ ਲੈ ਕੇ ਆਪਣੇ ਮਨ ਵਿੱਚ ਹੀ ਤੁਰ ਕੇ ਜਾ ਕੇ ਲੈਣ ਜਾਂਦਾ ਗੱਡੀ, ਫਿਰ ਉਸ ਨੂੰ ਚਲਾਉਂਦਾ, ਫਿਰ ਉਹ ਤੋਂ ਝੂਠਾ ਰਸ ਲੈਂਦਾ ਵੀ ਮੇਰੇ ਕੋਲ। ਇਸ ਤਰ੍ਹਾਂ ਤਸਵੀਰਾਂ, ਇੱਕ ਨਵਾਂ ਯੁੱਗ ਉਹਦੀ ਜ਼ਿੰਦਗੀ ਵਿੱਚ ਖੁੱਲ੍ਹ ਜਾਂਦਾ ਔਰ ਅੰਦਰ ਫਿਰ ਉਹਨੂੰ ਆਦਤ ਪੈ ਜਾਂਦੀ ਵਾਰ-ਵਾਰ ਚੀਜ਼ਾਂ ਨੂੰ ਘੜ ਕੇ ਬਣਾਉਣ ਦੀ। ਔਰ ਇਸ ਤਰ੍ਹਾਂ ਜਿਉਂ-ਜਿਉਂ ਬਣਾਉਂਦਾ ਜਾਂਦਾ, ਫਿਰ ਉਹਦੇ ਮਨ ਦੇ ਵਿੱਚ ਉਹ ਚੀਜ਼ਾਂ ਐਕਸੀਡੈਂਟ ਕਰਦੀਆਂ ਨੇ, ਉਹਦੇ ਨਾਲ ਫਿਰ ਗਮ ਪੈਦਾ ਹੁੰਦਾ ਹੈ, ਡਿਪਰੈਸ਼ਨ ਪੈਦਾ ਹੁੰਦਾ ਹੈ, ਉਦਾਸੀ ਪੈਦਾ ਹੁੰਦੀ ਹੈ। ਤਾਂ ਅੱਜ ਦਾ ਜਿਹੜਾ ਯੁੱਗ ਹੈ, ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਸਿੱਖਿਆ ਲਵੇ ਤਾਂ ਸਾਹਿਬ ਕਹਿੰਦੇ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ। ਜੋ ਕੁਝ ਤੇਰੇ ਕੋਲ ਹੈ ਉਹਦੀ ਤੂੰ ਵਰਤੋਂ ਕਰ, ਗੁਰੂ ਤੋਂ ਪੁੱਛ ਕੇ। ਸਤਿਗੁਰੂ ਨੇ ਹੋਰ ਉਪਦੇਸ਼ ਦਿੱਤਾ ਕਿ ਜੋ ਕੁਝ ਤੇਰੇ ਭਾਗ ਵਿੱਚ ਹੈ, ਜੋ ਕੁਝ ਤੈਨੂੰ ਮਿਲਿਆ ਹੈ, ਸਿਰਫ ਉਹਦੇ ਤੱਕ ਆਪਣੇ ਮਨ ਦੇ ਵੇਗ ਨੂੰ ਲੈ ਕੇ ਜਾਈਂ। ਜੇ ਤੂੰ ਉਸ ਤੋਂ ਅੱਗੇ ਲੈ ਕੇ ਜਾਏਗਾ ਤੇ ਤੇਰੇ ਮਨ ਦੀ ਸਥਿਤੀ ਖਰਾਬ ਹੋ ਸਕਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਕਿ ਮਨ ਦੇ ਵਿੱਚ ਵਾਰ-ਵਾਰ ਕਿਸੇ ਚੀਜ਼ ਨੂੰ ਲੈਣ ਵਾਸਤੇ ਇੱਛਾ ਜ਼ਾਹਿਰ ਕਰੀ ਜਾਣੀ, ਪ੍ਰਗਟ ਕਰੀ ਜਾਣਾ, ਮਨ ਦੇ ਸੂਖਸ਼ਮ ਹਿੱਸੇ ਨੂੰ ਨੁਕਸਾਨ ਪਹੁੰਚਾ ਦਿੰਦੇ ਹਾਂ ਅਸੀਂ। ਫਿਰ ਉਹਦੇ ਵਿੱਚ ਨਾਮ ਨਹੀਂ ਟਿਕਦਾ, ਉਹਦੇ ਵਿੱਚ ਧੀਰਜ ਤੇ ਟਿਕਾ ਨਹੀਂ ਆਉਂਦਾ, ਉਹ ਬੇਚੈਨ ਹੋ ਜਾਂਦਾ ਹੈ। ਇਸੇ ਨੂੰ ਸਤਿਗੁਰੂ ਨੇ ਕਿਹਾ, ਫਿਰ ਹੈ ਜਿਉਂ ਬੇਤਾਲਿਆ। ਐਸੇ ਲੋਕ ਫਿਰ ਕੀ ਕਰਦੇ ਨੇ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਉਹ ਬੇਤਾਲ ਹੋ ਜਾਂਦੇ। ਫਿਰ ਹੈ ਜਿਉਂ ਬੇਤਾਲਿਆ। ਬੇਤਾਲ ਦੇ ਅਰਥ ਕੀ ਨੇ? ਆ ਹੁਣੇ ਕੀਰਤਨ ਹੋਵੇਗਾ, ਜਿਹੜਾ ਨਾਲ ਤਬਲੇ ਵਾਲਾ ਸਿੰਘ ਹੈ ਉਹ ਤਾਲ ਦੇ ਵਿੱਚ ਤਬਲਾ ਵਜਾਉਂਦਾ, ਜੋੜੀ ਵਜਾਉਂਦਾ। ਜੇ ਕੀਰਤਨ ਕਰਦਿਆਂ ਕਰਦਿਆਂ ਥੋੜ੍ਹੀ ਜਿਹੀ ਉਹਦੀ ਚਾਲ ਉਖੜ ਜਾਏ ਤੇ ਅਸੀਂ ਕਹਿੰਦੇ ਆ ਬੇਤਾਲਾ ਹੋ ਗਿਆ, ਤਾਲ ਤੋਂ ਬਾਹਰ ਚਲਾ ਗਿਆ। ਸਤਿਗੁਰੂ ਕਹਿੰਦੇ ਜਿਹੜੇ ਲੋਕ ਮਨ ਪਰ ਲੋਭ ਲੁਭਾਵੇਂ ਉਹ ਕੀ ਹੋ ਜਾਂਦੇ ਨੇ? ਉਹਨਾਂ ਦੀ ਜ਼ਿੰਦਗੀ ਦਾ ਸਾਜ਼ ਬੇਤਾਲ ਹੋ ਜਾਂਦਾ ਹੈ, ਤਾਲ ਤੋਂ ਰਹਿਤ ਹੋ ਜਾਂਦੇ ਨੇ, ਬੇਤਾਲ ਤੁਰੇ ਫਿਰਦੇ ਨੇ। ਇਸ ਤਰ੍ਹਾਂ ਸਾਹਿਬ ਬਚਨ ਕਹਿ ਰਹੇ ਨੇ, ਮਿਥਿਆ ਮਨ ਪਰ ਲੋਭ ਲੁਭਾਵੇ। ਇੱਕ ਹੋਰ ਬਚਨ ਕੀਤਾ, ਕਹਿੰਦੇ ਮਿਥਿਆ ਤਨ ਨਹੀਂ ਪਰ ਉਪਕਾਰਾ। ਇਹ ਵੀ ਕਹਿੰਦੇ ਇੱਕ ਮਿਥਿਆ ਤੇ ਝੂਠ ਹੈ, ਆਪਣੇ ਸਰੀਰ ਨਾਲ ਕਦੀ ਵੀ ਪਰ ਉਪਕਾਰ ਨਾ ਕਰਨਾ, ਸਿਰਫ ਤੇ ਸਿਰਫ ਸਵਾਰਥੀ ਹੀ ਰਹਿਣਾ, ਸਿਰਫ ਆਪਣੇ ਚਮੜੇ ਨੂੰ ਪਾਲਣ ਦੇ ਆਲੇ ਦੁਆਲੇ ਜ਼ਿੰਦਗੀ ਘੁਮਾ ਦੇਣੀ। ਕਦੀ ਮਨ ਵਿੱਚ ਖਿਆਲ ਨਾ ਆਉਣਾ ਵੀ ਜੋ ਕੁਝ ਮੈਂ ਖਾ ਰਿਹਾ ਇਹਦੇ ਵਿੱਚੋਂ ਕੱਢ ਕੇ ਕਿਸੇ ਹੋਰ ਨੂੰ ਵੀ ਦੇ ਦੇ। ਕਦੀ ਤਰਸ ਨਾ ਆਉਣਾ, ਪਰਉਪਕਾਰ ਦੀ ਭਾਵਨਾ ਨਾ ਆਉਣੀ। ਸਾਧ ਸੰਗਤ ਜੀ, ਗੁਰਮਤ ਦੇ ਵਿੱਚ ਸ਼ਹੀਦ ਸ਼ਬਦ ਕਿੱਥੋਂ ਆਇਆ ਹੈ? ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਨ ਹੈ, ਕਿੱਥੋਂ ਆਇਆ ਸ਼ਹੀਦ ਸ਼ਬਦ? ਕਿੱਥੋਂ ਆਇਆ? ਸ਼ਹੀਦ ਦੇ ਅਰਥ ਨੇ ਦੁਨੀਆ ਦੇ ਲੋਕ, ਕੋਈ ਧਨ ਕਿਸੇ ਨੂੰ ਦੇ ਕੇ ਪਰਉਪਕਾਰ ਕਰਦਾ ਹੈ, ਕੋਈ ਵਸਤਰ ਦਿੰਦਾ, ਕੋਈ ਕਈ ਪ੍ਰਕਾਰ ਦੀਆਂ ਚੀਜ਼ਾਂ ਨਾਲ ਪਰਉਪਕਾਰ ਕੀਤੇ ਜਾਂਦੇ ਨੇ, ਪਰ ਸ਼ਹੀਦ ਉਹਨੂੰ ਕਹੀਦਾ ਜਿਹੜਾ ਜ਼ਿੰਦਗੀ ਦਾ ਆਖਰੀ ਹੀਰਾ ਆਪਣਾ ਸਰੀਰ ਵੀ ਕਿਸੇ ਵਾਸਤੇ ਲਾ ਦਿੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਦੇ ਨਾਲ ਸ਼ਹੀਦਾਂ ਦੇ ਸਿਰਤਾਜ ਸ਼ਬਦ ਲੱਗਦਾ ਹੈ। ਉਹਨਾਂ ਦੀ ਜ਼ਿੰਦਗੀ ਵੱਲ ਝਾਤੀ ਪਾਈਏ ਤੇ ਸਾਧ ਸੰਗਤ ਛੋਟਾ ਜਿਹਾ ਨੁਕਤਾ ਭਾਵੇਂ ਪਿੱਛੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਸੰਬੰਧ ਵਿੱਚ ਆਪਾਂ 10 ਦਿਨ ਨਿਰੰਤਰ ਉਹਨਾਂ ਦਾ ਇਤਿਹਾਸ ਵਾਚਿਆ ਸੀ। ਸਤਿਗੁਰਾਂ ਦੇ ਜੀਵਨ ਵਿੱਚ ਇੱਕ ਕੁਦਰਤੀ ਤੌਰ ਤੇ ਸੁਭਾਅ ਹੈ ਕਿ ਉਹਨਾਂ ਨੂੰ ਜਿਹੜੀ ਸਰਕਾਰ ਨੇ
ਉਹਨਾਂ ਤੇ ਧਾਰਾ ਲਾਗੂ ਕੀਤੀ ਸੀ, ਉਹ ਸੀ ਯਾਸਾ। ਉਹ ਧਾਰਾ ਸੀ ਅੱਗ ਤੇ ਪਾਣੀ ਦੀ ਸਜ਼ਾ, ਅੱਗ ਤੇ ਪਾਣੀ ਨਾਲ ਸ਼ਹੀਦ ਕਰਨਾ। ਔਰ ਗੁਰੂ ਅਰਜਨ ਦੇਵ ਜੀ ਦਾ ਆਪਣਾ ਸਾਰਾ ਜੀਵਨ ਹੀ ਅੱਗ ਤੇ ਪਾਣੀ ਦਾ ਸੁਮੇਲ ਹੈ। ਉਹਨਾਂ ਦੇ ਚੌਵਾਂ ਪਾਸੇ ਅੱਗ ਬਲਦੀ ਰਹੀ, ਆਪ ਉਹ ਠੰਡੇ ਪਾਣੀ ਵਰਗੇ ਰਹੇ। ਤੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਜਾਰੀ ਕੀਤਾ ਗਿਆ ਸੀ ਫਤਵਾ, ਉਹ ਵੀ ਅੱਗ ਤੇ ਪਾਣੀ ਦੀ ਸਜ਼ਾ ਸੀ। ਸਾਰੀ ਉਮਰ ਉਹਨਾਂ ਦੀ ਝਾਤੀ ਜੀਵਨ ਵਿੱਚ ਪਾ ਕੇ ਵੇਖੋ, ਕਿੰਨੇ ਲੋਕ ਨੇ ਜਿਨ੍ਹਾਂ ਨੇ ਉਹਨਾਂ ਦੇ ਚੌਵਾਂ ਪਾਸੇ ਅੱਗ ਬਾਲੀ, ਪਰ ਸਤਿਗੁਰੂ ਇੱਕ ਦਿਨ ਵੀ ਗਰਮ ਨਹੀਂ ਹੋਏ, ਪਾਣੀ ਵਰਗੇ ਠੰਡੇ ਰਹੇ। ਵੈਸੇ ਜੀਵਨ ਹੈ ਹੀ ਦੋ ਚੀਜ਼ਾਂ ਦਾ ਸੁਮੇਲ, ਠੰਡ ਤੇ ਗਰਮੀ ਦਾ। ਜਿੱਥੇ ਗਰਦਿਸ਼ ਤੇ ਠੰਡ ਇਕੱਠੇ ਰਹਿੰਦੇ ਨੇ। ਕਈ ਲੋਕ ਅੱਜ ਪੁੱਛਦੇ ਨੇ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਜਾਂ ਉਸ ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਠੰਡਾ ਪਾਣੀ ਕਿਉਂ ਪਿਆਉਂਦੇ ਹੋ? ਉਹਨਾਂ ਤੇ ਗਰਮ ਰੇਤ ਪਾਈ ਗਈ ਸੀ, ਉਹਨਾਂ ਦੇ ਉੱਤੇ ਤੇ ਅੱਗ ਬਾਲੀ ਗਈ ਸੀ, ਬਾਲੂ ਰੇਤ ਵਿੱਚ ਬਿਠਾਇਆ ਗਿਆ ਸੀ। ਇਹ ਕਿਉਂ ਠੰਡਾ ਪਾਣੀ? ਇਹ ਸਿਰਫ ਇੱਕ ਇਸ਼ਾਰਾ ਹੈ ਕਿ ਗੁਰੂ ਅਰਜਨ ਦੇਵ ਜੀ ਤੇ ਸਾਰੀ ਉਮਰ ਲੋਕਾਂ ਨੇ ਅੱਗ ਸਿੱਟੀ। ਉਹਨਾਂ ਦੇ ਭਰਾ ਨੇ, ਕਈ ਲੋਕਾਂ ਨੇ ਉਹਨਾਂ ਨੂੰ ਅੱਗ ਦਿੱਤੀ, ਪਰ ਗੁਰੂ ਅਰਜਨ ਦੇਵ ਜੀ ਨੇ ਵਾਪਸ ਵਿੱਚ ਕਿਸੇ ਨੂੰ ਅਗਨੀ ਨਹੀਂ ਦਿੱਤੀ। ਉਹਨਾਂ ਨੇ ਮਿੱਠੀ ਤੇ ਠੰਡੀ ਬਾਣੀ ਲੋਕਾਂ ਦੀ ਝੋਲੀ ਵਿੱਚ ਪਾਈ। ਔਰ ਉਹਨਾਂ ਦਾ ਉਹੀ ਸਿਧਾਂਤ ਅੱਜ ਵੀ ਉਸੇ ਤਰ੍ਹਾਂ ਕੰਮ ਕਰਕੇ ਦੱਸਦਾ ਹੈ। ਠੰਡੀ ਛਬੀਲ ਲਾਉਣ ਦਾ ਭਾਵ ਇਹ ਹੈ ਕਿ ਜੋ ਸੰਸਾਰ ਨੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੀ ਅਗਨੀ ਦਿੱਤੀ ਸੀ, ਪਰ ਗੁਰੂ ਅਰਜਨ ਦੇਵ ਜੀ ਅਖੀਰਲੇ ਸਮੇਂ ਤੱਕ ਠੰਡ ਵੰਡਦੇ ਰਹੇ, ਤੇ ਉਹਦਾ ਹੀ ਹਿੱਸਾ ਹੈ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਿਨ ਅੱਜ ਤੱਕ ਆਪਾਂ ਉਹਨਾਂ ਦੇ ਨਾਮ ਤੇ ਠੰਡਾ ਪਾਣੀ ਵੰਡਦੇ। ਭਾਵ ਧਰਮੀ ਵਿਅਕਤੀ ਅੰਦਰੋਂ ਕਦੀ ਗਰਮ ਨਹੀਂ ਹੁੰਦਾ, ਅੰਦਰੋਂ ਸ਼ਾਂਤ ਹੈ, ਅੰਦਰੋਂ ਠੰਡਾ ਹੈ। ਇਸ ਕਰਕੇ ਕਹਿੰਦੇ ਉਹ ਪਰ ਉਪਕਾਰ ਦੀ ਭਾਵਨਾ ਵਿੱਚ ਜਿਉਂਦਾ ਹੈ। ਹਜ਼ੂਰ ਕਹਿੰਦੇ ਮਿਥਿਆ ਤਨ ਨਹੀਂ ਪਰ ਉਪਕਾਰਾ। ਫਿਰ ਕਹਿੰਦੇ ਬਿਸੇ ਮਿਥਿਆ ਬਾਸ ਲੇਤ ਵਿਕਾਰਾ। ਵਿਕਾਰਾਂ ਦੀ ਗੰਧ ਲੈਣੀ, ਵਿਕਾਰਾਂ ਵਾਸਤੇ ਚਿਤਵਨ ਕਰਨਾ, ਵਿਕਾਰਾਂ ਵਾਸਤੇ ਯੋਜਨਾ ਬਣਾਉਣੀ, ਇਹ ਵੀ ਕਹਿੰਦੇ ਮਿਥਿਆ ਹੈ। ਭਾਵ ਇੱਕ ਤਰ੍ਹਾਂ ਦਾ ਪਾਪ ਤੇ ਅਪਰਾਧ ਹੈ। ਹੁਣ ਅਖੀਰਲੀ ਪੰਕਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਜਿਤਨੀ ਪ੍ਰਕਾਰ ਦਾ ਪਾਪ ਗਿਣਿਆ, ਕੰਨਾਂ ਦਾ, ਅੱਖਾਂ ਦਾ, ਰਸਨਾਂ ਦਾ, ਪੈਰਾਂ ਦਾ, ਮਨ ਦਾ, ਜਿੰਨੀ ਪ੍ਰਕਾਰ ਦਾ ਅਪਰਾਧ ਹੈ, ਇਹ ਮਨੁੱਖ ਕਿਉਂ ਕਰਦਾ ਹੈ? ਥੋੜੀ ਜਿਹੀ ਵਿਚਾਰ ਕਰੀਏ। ਹਰ ਇੱਕ ਆਦਮੀ ਦੇ ਅਪਰਾਧ ਦੀ ਜ਼ਿੰਦਗੀ ਦਾ ਕੋਈ ਕਾਰਨ ਹੁੰਦਾ ਹੈ। ਜੋ ਕਾਰਨ ਨਾ ਲੱਭਿਆ ਜਾਏ, ਅਪਰਾਧੀ ਅਪਰਾਧ ਨਹੀਂ ਛੱਡੇਗਾ। ਇਹ ਇੱਕ ਮਨੋਵਿਗਿਆਨ ਹੈ। ਅਪਰਾਧੀਆਂ ਦੇ ਪਿੱਛੇ ਕੋਈ ਕਾਰਨ ਹੈ। ਜੇ ਉਹਨਾਂ ਨੂੰ ਪੁੱਛਿਆ ਜਾਏ ਤੁਸੀਂ ਕਿਉਂ ਅਪਰਾਧ ਕਰਦੇ ਹੋ, ਪਿੱਛੇ ਕੋਈ ਕਾਰਨ ਨਿਕਲੇਗਾ, ਕੋਈ ਕ੍ਰੋਧ ਨਿਕਲੇਗਾ ਉਹਨਾਂ ਦੀ ਜ਼ਿੰਦਗੀ ਵਿੱਚ। ਇਹ ਜਿੰਨੇ ਪਾਪ ਨੇ ਇਹਨਾਂ ਦਾ ਵੀ ਇੱਕ ਕਾਰਨ ਹੈ। ਉਹ ਕਾਰਨ ਹੈ ਬਿਨ ਬੂਝੇ ਮਿਥਿਆ ਸਭ ਭਏ। ਜ਼ਿੰਦਗੀ ਦੀ ਬੁਝਾਰਤ ਜਿਨ੍ਹਾਂ ਨੂੰ ਸਮਝ ਵਿੱਚ ਨਹੀਂ ਆਈ, ਉਹ ਪਾਪ ਕਰਨਗੇ। ਕੌਣ ਰੋਕੇਗਾ? ਅਸੀਂ ਇੱਕ ਗਲਤੀ ਕਰ ਰਹੇ ਹਾਂ, ਲੋਕਾਂ ਨੂੰ ਪਾਪ ਛਡਾਉਣ ਦੀ ਗੱਲ ਕਰਨੇ ਆ, ਪਰ ਜਿਹਦੇ ਨਾਲ ਪਾਪ ਛੁੱਟਦਾ ਹੈ, ਰੱਬ ਦੀ ਯਾਦ ਕਦੀ ਸਿਖਾਈ ਨਹੀਂ ਕਿਸੇ ਨੂੰ, ਨਾ ਆਪ ਸਿੱਖੀ ਨਾ ਸਿਖਾਈ। ਇਕੱਲੀ ਸੁੱਕੀ ਪੁੱਕੀ ਸਿੱਖਿਆ, ਗਿਆਨ, ਸਿਧਾਂਤ ਦੇਈ ਜਾਂਦੇ ਆ, ਇਹ ਨਾ ਕਰੋ, ਇਹ ਨਾ ਕਰੋ। ਹੁਣ ਬੰਦੇ ਦਾ ਜੀਵਨ ਤੇ ਸ਼ਕਤੀ ਹੈ ਨਾ, ਤਾਕਤ ਹੈ, ਉਹਨੇ ਕੁਝ ਨਾ ਕੁਝ ਕਰਨਾ ਹੈ। ਤੁਸੀਂ ਇੱਕ ਨਦੀ ਤੁਰੀ ਆਉਂਦੀ ਹੈ, ਇੱਕ ਨਹਿਰ ਭਰ ਕੇ ਵਗਦੀ, ਉਹਦੇ ਦੋਹਾਂ ਪਾਸੇ ਕੰਢੇ ਨੇ ਤੇ ਕੰਢਿਆਂ ਤੋਂ ਪਾਣੀ 2-2 ਫੁੱਟ ਨੀਵਾਂ ਵਹਿੰਦਾ ਪਿਆ। ਜੇ ਆਪਾਂ ਕਹੀਏ ਵੀ ਇਸ ਚੱਲਦੇ ਹੋਏ ਪਾਣੀ ਨੂੰ ਆਪਾਂ ਬੰਦ ਕਰਨਾ ਹੈ, ਉਹਦੇ 2 ਤਰੀਕੇ ਹੋ ਸਕਦੇ ਨੇ। ਇੱਕ ਤੇ ਉਸ ਨਦੀ ਦੇ ਪਾਣੀ ਨੂੰ ਪਹਿਲਾਂ ਇੱਕ ਪਾਸੇ ਰਾਹ ਦਿੱਤਾ ਜਾਏ ਤੇ ਫਿਰ ਅੱਗੋਂ ਬੰਦ ਕਰੀਏ, ਫਿਰ ਤੇ ਤਰੀਕਾ ਕਾਮਯਾਬ ਹੈ, ਪਾਣੀ ਅੱਗੇ ਜਾਣਾ ਬੰਦ ਹੋ ਜਾਏਗਾ। ਇੱਕ ਪਾਸੇ ਰਾਹ ਮਿਲ ਗਿਆ ਤੇ ਪਾਣੀ ਦੂਜੇ ਪਾਸੇ ਲੰਘ ਗਿਆ। ਤੇ ਜੇ ਅਸੀਂ ਇੱਕ ਹੋਰ ਮੂਰਖਤਾ ਕਰ ਦਿੱਤੀ, ਅਸੀਂ ਪਾਣੀ ਨੂੰ ਰਾਹ ਕਿਸੇ ਪਾਸੇ ਦਿੱਤਾ ਨਹੀਂ ਤੇ ਅੱਗੋਂ ਬੰਦ ਕਰ ਦਿੱਤਾ, ਉਹ ਮੂਰਖਤਾ ਕੀ ਕਰੇਗੀ? ਕਿਨਾਰੇ ਤੋੜ ਦੇਗੀ, ਹੜ੍ਹ ਆ ਜਾਏਗਾ। ਅਸੀਂ ਇਹੀ ਕਰ ਰਹੇ ਹਾਂ, ਲੋਕਾਂ ਨੂੰ ਸਿੱਖਿਆ ਦੇ ਦੇ ਕੇ ਇਹ ਵੀ ਪਾਪ ਨਾ ਕਰੋ, ਇਹ ਵੀ ਨਾ ਕਰੋ, ਪਰ ਰਾਹ ਨਹੀਂ ਦਿੱਤਾ। ਰਾਹ ਦਿੱਤਾ ਗੁਰੂ ਸਾਹਿਬ ਨੇ
ਤੁਸੀਂ ਹੈਰਾਨ ਹੋਵੋਗੇ ਕਿ ਜਿਸ ਵੇਲੇ ਭੂਮੀਏ ਚੋਰ ਨੇ ਜੀਵਨ ਦਾ ਰਾਹ ਪੁੱਛਿਆ ਸੀ ਨਾ, ਤੇ ਗੁਰੂ ਸਾਹਿਬ ਦੇ ਕੋਲ ਗਿਆ, ਉਹਨੂੰ ਇਹ ਸੀ ਵੀ ਜਿਹੜੇ ਸਾਧੂ ਨੇ, ਮਹਾਤਮਾ ਨੇ, ਉਹਨਾਂ ਪਹਿਲਾਂ ਇਹ ਕਹਿਣਾ ਵੀ ਚੋਰੀ ਕਰਨੀ ਛੱਡ। ਭੂਮੀਆ ਆਇਆ, ਉਹ ਕਹਿੰਦਾ ਮਹਾਰਾਜ ਮੇਰੇ ਤੋਂ ਚੋਰੀ ਕੋਈ ਨਹੀਂ ਛੁੱਟਦੀ, ਮੈਂ ਕੀ ਕਰਾਂ। ਗੁਰੂ ਸਾਹਿਬ ਕਹਿੰਦੇ ਤੈਨੂੰ ਕਿਹਨੇ ਕਿਹਾ ਚੋਰੀ ਛੱਡ? ਚੋਰੀ ਕਿਸ ਨੂੰ, ਤੈਨੂੰ ਕਿਹਨੇ ਕਿਹਾ ਚੋਰੀ ਛੱਡ? ਮੈਂ ਨਹੀਂ ਤੈਨੂੰ ਕਹਿੰਦਾ। ਇਹ ਗੁਰੂ ਦਾ ਕੰਮ ਹੈ, ਉਹ ਕਿੱਥੇ ਕਿਵੇਂ ਦਾ ਉਪਦੇਸ਼ ਦਿੰਦਾ। ਕਿਤੇ ਕਹਿੰਦੇ ਨੇ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਤਾ ਚੰਗਾ ਕਿਉਂ ਹੋਏ। ਪਰ ਭੂਮੀਏ ਨੂੰ ਜਦੋਂ ਵੇਖਿਆ, ਉਹਦਾ ਮਨ ਵੇਖਿਆ, ਉਹਦੇ ਜੀਵਨ ਦੀ ਕਲਾ ਵੇਖੀ ਕਿਵੇਂ ਦੀ ਏ, ਵੇਖਿਆ ਵੀ ਜੇ ਇਹਨੂੰ ਚੋਰੀ ਬੰਦ ਕਰਾ ਦਿੱਤੀ, ਇਹਦਾ ਜੀਵਨ ਨਹੀਂ ਚੱਲੇਗਾ। ਕਹਿਣ ਲੱਗੇ ਮੈਂ ਤੈਨੂੰ ਨਹੀਂ ਕਹਿੰਦਾ ਚੋਰੀ ਬੰਦ ਕਰ। ਕਹਿੰਦੇ ਮੇਰੇ ਚੋਰੀ ਨਾ ਬੰਦ ਕੀਤਿਆਂ ਵੀ ਜੀਵਨ ਉੱਚਾ ਹੋ ਸਕਦਾ। ਕਹਿੰਦੇ ਹਾਂ। ਸਤਿਗੁਰੂ ਨੇ ਤਰੀਕੇ ਨਾਲ 3 ਬਚਨ ਕਹਿ ਦਿੱਤੇ। ਕਹਿਣ ਲੱਗੇ ਚੋਰੀ ਗਰੀਬ ਦੇ ਘਰ ਨਹੀਂ ਕਰਨੀ, ਵੱਡੇ ਦੇ ਘਰ ਕਰ ਲੈਣੀ ਹੈ। ਫਿਰ ਉਹਨਾਂ ਨੇ ਇੱਕ ਹੋਰ ਬਚਨ ਕੀਤਾ। ਕਹਿਣ ਲੱਗੇ ਕਿਸੇ ਦਾ ਲੂਣ ਖਾ ਕੇ ਉਹਦਾ ਬੁਰਾ ਨਹੀਂ ਕਰਨਾ। ਫਿਰ ਤੀਸਰਾ ਬਚਨ ਕੀਤਾ ਝੂਠ ਨਹੀਂ ਬੋਲਣਾ। ਇਹ 3 ਬਚਨ ਕੀਤੇ ਤੇ ਮੈਂ ਸਾਖੀ ਦੇ ਵਿਸਤਾਰ ਵਿੱਚ ਨਹੀਂ ਜਾ ਸਕਦਾ। ਇਹ 3 ਬਚਨ ਭੂਮੀਏ ਨੂੰ ਚੋਰੀ ਛਡਾਉਣ ਵਿੱਚ ਕਾਮਯਾਬ ਹੋ ਗਏ। ਆਪਣੇ ਆਪ ਉਹਦੀ ਚੋਰੀ ਛੁੱਟ ਗਈ। ਤਰੀਕਾ ਹੈ। ਇਸ ਕਰਕੇ ਸੁੱਕੀਆਂ ਪੁੱਕੀਆਂ ਸਿੱਖਿਆਵਾਂ ਜਿਹੜੀਆਂ ਅਸੀਂ ਪੰਡ ਬੰਨ ਕੇ ਸਿਰ ਤੇ ਚੁੱਕੀ ਫਿਰਨੇ ਆ, ਸਾਨੂੰ ਆਪ ਵੀ ਸੁਖਾ ਦਿੰਦੀਆਂ ਨੇ, ਦੂਜਿਆਂ ਨੂੰ ਵੀ। ਸਭ ਤੋਂ ਵੱਡੀ ਸਿੱਖਿਆ ਪਹਿਲਾਂ ਗੁਰੂ ਸਾਹਿਬ ਨੇ ਦਿੱਤੀ, ਉਹਦੇ ਤੇ ਜ਼ੋਰ ਦਿੰਦੇ ਸਾਹਿਬ ਕਹਿੰਦੇ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਜਦੋਂ ਇੱਕ ਨਾ ਭੁੱਲੇਗਾ ਤੇ ਬਾਕੀ ਕੁਝ ਯਾਦ ਹੀ ਨਹੀਂ ਆਉਣਾ। ਅਸੀਂ ਕਹਿੰਦੇ ਹੋਰ ਕਿਸੇ ਨੂੰ ਤੁਸੀਂ ਯਾਦ ਨਾ ਕਰੋ, ਮਾਨੇ ਉਹਨੇ ਯਾਦ ਤੇ ਕਿਸੇ ਨਾ ਕਿਸੇ ਨੂੰ ਕਰਨਾ ਹੀ ਨਾ। ਹਜ਼ੂਰ ਕਹਿੰਦੇ ਇੱਕ ਨੂੰ ਯਾਦ ਕਰ, ਦੂਸਰੀਆਂ ਯਾਦਾਂ ਆਪੇ ਨਿਕਲ ਜਾਣਗੀਆਂ, ਆਪਣੇ ਆਪ ਅੰਦਰੋਂ ਛੁੱਟ ਜਾਣਗੀਆਂ। ਇਸ ਕਰਕੇ ਕਹਿੰਦੇ ਨੇ ਤੂੰ ਬੁੱਝਣ ਦਾ ਯਤਨ ਕਰ, ਗੁਰਾ ਇੱਕ ਦੇਹ ਬੁਝਾਈ। ਇੱਥੇ ਕਹਿੰਦੇ ਬਿਨ ਬੂਝੇ, ਉਹ ਬੁੱਝਣਾ ਕੀ ਸੀ? ਉਹ ਬੁੱਝਣਾ ਸੀ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਿਨ ਬੂਝੇ ਮਿਥਿਆ ਸਭ ਭਏ, ਸਾਰੇ ਹੀ ਮਿਥਿਆ ਹੋ ਗਏ, ਸਾਰੇ ਝੂਠੇ ਹੋ ਗਏ। ਹਜ਼ੂਰ ਅੱਗੇ ਬਚਨ ਕਹਿੰਦੇ ਕੌਣ ਸਫਲ ਹੋਏ ਨੇ? ਸਫਲ ਦੇਹ ਨਾਨਕ ਹਰ ਹਰ ਨਾਮ ਲਏ, ਜਿਨ੍ਹਾਂ ਨੇ ਇਸ ਦੇਹ ਦੇ ਰਾਹੀਂ ਅਕਾਲ ਪੁਰਖ ਦੇ ਨਾਮ ਦੀ ਖੋਜ ਕੀਤੀ ਹੈ। ਕਿਉਂਕਿ ਨਾਮ ਦਾ ਨਿਵਾਸ ਕਿਤੇ ਆਕਾਸ਼ ਵਿੱਚ ਨਹੀਂ, ਕਿਸੇ ਮਕਾਨ ਵਿੱਚ ਨਹੀਂ, ਕਿਸੇ ਦਿਸ਼ਾ ਵਿੱਚ ਨਹੀਂ। ਨਾਮ ਦਾ ਨਿਵਾਸ ਮਨੁੱਖ ਦੀ ਦੇਹ ਵਿੱਚ ਹੈ, ਸਰੀਰ ਵਿੱਚ ਹੈ। ਹਰ ਲਾਦਾ ਦੇਹ ਟੋਲੀਐ, ਜਿਨ੍ਹਾਂ ਨੇ ਖੋਜਿਆ ਦੇਹ ਵਿੱਚੋਂ ਲੱਭਿਆ, ਬਾਹਰੋਂ ਕਿਤੇ ਉਹਨੇ ਮਿਲਣਾ ਨਾਮ ਇਹਦੇ ਵਿੱਚ ਹੈ। ਔਰ ਕਹਿੰਦੇ ਨੇ ਸਫਲ ਦੇ ਉਹ ਦੇਹੀ, ਉਹ ਸਰੀਰ ਸਫਲ ਹੋ ਗਿਆ, ਉਹਨੂੰ ਫਲ ਲੱਗਣੇ ਸ਼ੁਰੂ ਹੋ ਗਏ। ਸਫਲ ਦੇ ਨਾਨਕ ਹਰ ਹਰ ਨਾਮ ਲਏ। ਹਜ਼ੂਰ ਅਗਲੇ ਬੰਦ ਵਿੱਚ ਕਹਿੰਦੇ ਬਿਰਥੀ ਸਾਕਤ ਕੀ ਆਰਜਾ। ਆਰਜਾ ਦੇ ਅਰਥ ਨੇ ਉਮਰ। ਸਾਕਤ ਟੁੱਟਿਆ ਹੋਇਆ ਮਨੁੱਖ, ਸੁੱਕਾ ਹੋਇਆ ਮਨੁੱਖ, ਉਹਦੀ ਸਾਰੀ ਆਰਜਾ, ਇੰਨਾ ਕੀਮਤੀ ਜੀਵਨ, ਇੰਨੇ ਕੀਮਤੀ ਸਵਾਸ, ਇੰਨਾ ਅਮੁੱਲ ਸਰੀਰ ਉਸਦਾ ਬਿਰਥਾ ਹੀ ਚਲਾ ਜਾਂਦਾ। ਬਿਰਥਾ ਦਾ ਅਰਥ ਬੇਅਰਥ, ਬੇਅਰਥ ਤੋਂ ਬਣਿਆ ਵਿਅਰਥ, ਵਿਅਰਥ ਤੋਂ ਬਣਿਆ ਬਿਰਥਾ। ਬੇਅਰਥ ਜਿਹਦਾ ਕੋਈ ਅਰਥ ਨਾ ਨਿਕਲਦਾ ਹੋਵੇ। ਜੇ ਕੋਈ ਆਦਮੀ ਮੈਥ ਦਾ ਸਕਾਲਰ ਜਿਹੜਾ ਹੈ, ਹਿਸਾਬ ਦੀ ਕਿਤਾਬ ਲਿਖਣ ਵਾਲਾ ਅਣਜਾਣ ਹੋਵੇ ਨਾ, ਉਹ ਸਵਾਲ ਇਸ ਤਰ੍ਹਾਂ ਦੇ ਲਿਖ ਦੇਗਾ ਜਿਹਦੇ ਉੱਤਰ ਕੋਈ ਨਹੀਂ ਨਿਕਲਦੇ, ਭਾਵੇਂ ਕਿੰਨਾ ਸਿਆਣਾ ਕੱਢਣ ਵਾਲਾ ਹੋਵੇ। ਇਸ ਤਰ੍ਹਾਂ ਦੇ ਸਵਾਲ ਪਾ ਦੇਗਾ, ਕੁਐਸਚਨ ਇਸ ਤਰ੍ਹਾਂ। ਉਹ ਕਹਿੰਦੇ ਬੇਅਰਥ ਨੇ। ਅਸੀਂ ਜ਼ਿੰਦਗੀ ਨੂੰ ਇਸ ਢੰਗ ਨਾਲ ਖਿਲਾਰ ਦਿੰਦੇ ਹਾਂ ਕਿ ਉਹਦੇ ਕੋਈ ਅਰਥ ਨਿਕਲਦੇ ਹੀ ਕੋਈ ਨਹੀਂ, ਭਾਵੇਂ ਅਸੀਂ ਕੱਢੀਏ ਪੈ ਕੇ। ਉਹਨੂੰ ਕਹਿੰਦੇ ਬਿਰਥੀ ਸਾਕਤ ਕੀ ਆਰਜਾ।
ਹਜੂਰ ਕਹਿੰਦੇ ਸਾਚ ਬਿਨਾ ਕਹਿ ਹੋਵਤ ਸੂਚਾ। ਮਨ ਕਦੀ ਵੀ ਸੱਚ ਤੋਂ ਬਿਨਾ ਸੁੱਚਾ ਨਹੀਂ ਹੁੰਦਾ। ਠੀਕ ਹੈ, ਇਸ਼ਨਾਨ ਦੀ ਇੱਕ ਕਿਰਿਆ ਹੈ, ਸਰੀਰ ਹੈ, ਉਹਦੇ ਤੇ ਕੰਮ ਕਰਦੀ, ਜਾਂ ਪਾਣੀ ਦਾ ਇੱਕ ਸੁਭਾਅ ਹੈ ਕਿ ਉਹ ਮਨ ਤੱਕ ਵੀ ਚੋਟ ਕਰ ਜਾਂਦਾ ਹੈ, ਕਿਉਂਕਿ ਮਨ ਵੀ 5 ਤੱਤਾਂ ਤੋਂ ਹੀ ਬਣਿਆ ਹੈ। ਖਿਆਲ ਰੱਖਣਾ, ਇਹ ਇੱਕ ਵਿਗਿਆਨ ਹੈ। 5 ਤੱਤਾਂ ਦਾ ਸੰਬੰਧ ਮਨ ਨਾਲ ਬਹੁਤ ਗਹਿਰਾ ਹੈ। ਭਾਵੇਂ ਕੁਝ ਕਹਿੰਦੇ ਨੇ ਮਨ ਤੱਕ ਪਾਣੀ ਨਹੀਂ ਜਾਂਦਾ। ਜਿਵੇਂ ਸਰੀਰ 5 ਤੱਤਾਂ ਦੇ ਅਸਥੂਲ ਤੱਤ ਤੋਂ ਬਣਿਆ ਨਾ, ਇਹਦੇ ਹੀ ਸੂਖਸ਼ਮ ਤੱਤਾਂ ਨਾਲ ਇਹ ਮਨ 5 ਤੱਤ ਤੇ ਜਨਮਾਂ, 5 ਤੱਤਾਂ ਵਿੱਚੋਂ ਬਣਿਆ, ਤੇ 5 ਤੱਤਾਂ ਦਾ ਇਹਦੇ ਉੱਤੇ ਪ੍ਰਭਾਵ ਪੈਂਦਾ ਹੈ, ਪਰ ਉਹ ਸਾਰਾ ਕੰਮ ਨਹੀਂ ਕਰਦੇ। ਮਨ ਦੀ ਸ਼ੁੱਧਤਾ ਵਾਸਤੇ ਸੱਚ ਚਾਹੀਦਾ ਹੈ। ਸੱਚ ਦਾ ਅਰਥ ਹੈ ਨਾਮ। ਸਾਚ ਬਿਨਾ ਕਹਿ ਹੋਵਤ ਸੂਚਾ। ਮਨ ਸੱਚ ਤੋਂ ਬਿਨਾ ਕਦੀ ਸੁੱਚਾ ਨਹੀਂ ਹੁੰਦਾ, ਸਾਫ਼ ਨਹੀਂ ਹੋ ਸਕਦਾ। ਸਤਿਗੁਰੂ ਅੱਗੇ ਕਹਿੰਦੇ ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕੈ ਦੁਰਗੰਧ। ਜਿਸ ਰਸਨਾ ਤੇ ਅਕਾਲ ਪੁਰਖ ਦਾ ਨਾਮ ਨਹੀਂ ਹੈ, ਉਹਦੀ ਯਾਦ ਨਹੀਂ, ਉਹਦਾ ਤਨ ਇਉਂ ਹੈ ਕਿ ਜਿਵੇਂ ਅੰਧਾ ਆਦਮੀ ਹੁੰਦਾ, ਉਹਦੇ ਮੂੰਹ ਵਿੱਚੋਂ ਦੁਰਗੰਧੀ ਆਉਂਦੀ ਹੈ, ਦੁਰਗੰਧ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਈ ਥਾਵਾਂ ਤੇ ਇਹ ਵਰਣਨ ਆਉਂਦਾ ਹੈ। ਕਈ ਥਾਵਾਂ ਤੇ ਇਹ ਵੀ ਵਰਣਨ ਆਉਂਦਾ ਹੈ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸਵਾਸਾਂ ਦੇ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ, ਸੁਗੰਧਿਤ ਹੋ ਜਾਂਦੇ ਨੇ। ਨਾਮ ਦੀ ਇੱਕ ਆਪਣੀ ਸੁਗੰਧ ਹੈ, ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਨ ਨਾਨਕ ਮੁਸ਼ਕ ਝਕੋਲਿਆ ਸਭ ਜਨਮ ਧਨ ਧੰਨਾ। ਉੱਥੇ ਫਿਰ ਸੈਂਟ ਵੈਂਟ ਦੀ ਲੋੜ ਨਹੀਂ ਪੈਂਦੀ, ਸਭ ਵਿਅਰਥ ਹੋ ਗਏ, ਛੋਟੇ ਰਹਿ ਗਏ, ਨਹੀਂ ਇਹਨਾਂ ਦੀ ਪਰਵਾਹ ਰਹਿੰਦੀ ਉਸ ਦੁਨੀਆ ਵਿੱਚ। ਸਾਧ ਸੰਗਤ ਉਸ ਧਨ ਦੇ ਵਿੱਚੋਂ ਇਹ ਸਭ ਕੁਝ ਸਾਰ ਲੈਂਦਾ ਹੈ। ਤਾਂ ਸਾਹਿਬ ਇੱਥੇ ਬਚਨ ਕਹਿੰਦੇ ਉਸ ਬੰਦੇ ਦੇ ਮੂੰਹ ਵਿੱਚੋਂ ਦੁਰਗੰਧੀ ਆਉਂਦੀ ਜਿਹਦਾ ਮੂੰਹ ਨਾਮ ਤੋਂ ਖਾਲੀ ਹੈ। ਬਿਨ ਸਿਮਰਨ ਦੇ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਖੇਤੀ ਬੀਜ ਲਈ ਸੀ, ਬੀਜ ਵੀ ਪਾਇਆ, ਖੇਤੀ ਵਾਹੀ ਵੀ, ਖੇਤ ਵੀ ਵਾਹਿਆ, ਮਿਹਨਤ ਵੀ ਬੜੀ ਕੀਤੀ, ਪਰ ਜਦੋਂ ਪਾਣੀ ਦਾ ਟਾਈਮ ਆਇਆ ਪ੍ਰਬੰਧ ਕੋਈ ਨਹੀਂ ਸੀ। ਬੱਦਲ ਪਿਆ ਨਹੀਂ, ਮੀਂਹ ਪਿਆ ਨਹੀਂ, ਸਾਧਨ ਹੈ ਕੋਈ ਨਹੀਂ ਸੀ। ਉੱਗੀ ਉਗਾਈ ਸੁੱਕ ਗਈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਨੇ ਸਰੀਰ ਰੂਪੀ ਖੇਤੀ ਤੇ ਉਗਾ ਦਿੱਤੀ, ਜਨਮ ਤੇ ਦੇ ਦਿੱਤਾ, ਪਰ ਇਸ ਜਨਮ ਦੇ ਉੱਤੇ ਪਰਮਾਤਮਾ ਦੇ ਨਾਮ ਦੀ ਬਾਰਿਸ਼ ਨਹੀਂ ਹੋਈ। ਇਸ ਕਰਕੇ ਜ਼ਿੰਦਗੀ ਸੁੱਕ ਗਈ, ਅੰਦਰੋਂ ਜ਼ਮੀਰ ਸੁੱਕ ਗਈ। ਸਰੀਰ ਤੇ ਹਰਾ ਹੈ, ਸਰੀਰ ਤੇ ਰੰਗ ਹੈ, ਤੇ ਅੱਗ ਤੇ ਪਾਣੀ ਦੀ ਖੇਡ ਚੱਲੀ ਜਾਂਦੀ। ਜਿੰਨਾ ਚਿਰ ਖਾਣਾ ਪੀਣਾ ਮਿਲਿਆ ਗਿਆ ਉਹਨਾਂ ਚਿਰ ਚਮਕਦਾ ਰਹੇਗਾ, ਪਰ ਜ਼ਮੀਰ ਸੁੱਕ ਗਈ, ਅੰਦਰਲਾ ਹਿੱਸਾ ਸੁੱਕ ਗਿਆ, ਉਹਦੇ ਪੱਤੇ ਡਿੱਗ ਪਏ, ਉਹਦੇ ਫੁੱਲ ਮੁਰਝਾ ਗਏ। ਇਸ ਲਈ ਸਤਿਗੁਰੂ ਕਹਿ ਰਹੇ ਨੇ ਜਿਵੇਂ ਪਾਣੀ ਤੋਂ ਬਿਨਾਂ, ਬੱਦਲ ਤੋਂ ਬਿਨਾਂ ਖੇਤੀ ਸੁੱਕ ਜਾਂਦੀ ਹੈ, ਇਸ ਤਰ੍ਹਾਂ ਕਹਿਣ ਲੱਗੇ ਬਿਨਾਂ ਸਿਮਰਨ ਤੋਂ ਦਿਨ ਤੇ ਰਾਤ ਬਿਰਥਾ ਹੀ, ਵਿਅਰਥ ਹੀ, ਬੇਅਰਥ ਬਿਹਾਏ। ਬਿਹਾਏ ਦਾ ਅਰਥ ਲੰਘ ਜਾਂਦੀ ਹੈ, ਭਾਵ ਖਰਾਬ ਹੋ ਜਾਂਦਾ ਹੈ ਜੀਵਨ। ਫਿਰ ਹਜੂਰ ਕਹਿੰਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਕਿਰਪਨ ਦੇ ਅਰਥ ਨੇ ਕੰਜੂਸ ਆਦਮੀ। ਕੰਜੂਸ ਆਦਮੀ ਦੇ ਕੋਲ ਧਨ ਹੋਵੇ, ਬਸ ਉਹਨੂੰ ਜੇਬ ਵਿੱਚ ਪਾਈ ਰੱਖਦਾ ਤੇ ਵੇਖੀ ਆਉਂਦਾ, ਵਰਤਦਾ ਨਹੀਂ, ਉਹਦੀ ਵਰਤੋਂ ਨਹੀਂ ਕਰਦਾ। ਕਿਰਪਨ ਉਸ ਨੂੰ ਕਹਿੰਦੇ ਨੇ। ਲੋੜ ਪੈਣ ਤੇ ਵਰਤੋਂ ਨਹੀਂ ਕਰਦਾ। ਉਹਦਾ ਇੱਕ ਸਿਧਾਂਤ ਹੁੰਦਾ ਵੀ ਚਮੜੀ ਜਾਏ ਤੇ ਜਾਏ, ਪਰ ਦਮੜੀ ਨਾ ਜਾਏ, ਨਿਕਲੇ ਨਾ ਜੇਬ ਵਿੱਚੋਂ। ਐਸਾ ਚਿਮਟ ਜਾਂਦਾ, ਉਸ ਨੂੰ ਚੰਬੜ ਜਾਂਦਾ, ਉਹਦੇ ਨਾਲ ਗਹਿਰੀ ਦੋਸਤੀ ਪਾ ਲੈਂਦਾ। ਇਸ ਥਾਂ ਤੇ ਬਚਨ ਕਰ ਰਹੇ ਨੇ ਜਿਹੜਾ ਮਨੁੱਖ ਨਾਮ ਤੋਂ ਹੀਣ ਹੈ ਉਹ ਉਸ ਕੰਜੂਸ ਆਦਮੀ ਵਰਗਾ ਹੈ ਜਿਹਦੀ ਜੇਬ ਮਾਇਆ ਨਾਲ ਭਰੀ ਹੋਈ ਹੈ, ਪਰ ਉਹਦੀ ਵਰਤੋਂ ਨਹੀਂ ਕਰਦਾ। ਇਸੇ ਤਰ੍ਹਾਂ ਸਾਡਾ ਸਾਰਾ ਸਰੀਰ ਦੇ ਪਰਮਾਤਮਾ ਦੇ ਨਾਮ ਧਨ ਨਾਲ ਭਰਿਆ ਹੋਇਆ ਹੈ, ਪਰ ਆਪਾਂ ਉਹਦੀ ਵਰਤੋਂ ਨਹੀਂ ਕਰਦੇ, ਕੋਲ ਹੀ ਪਿਆ ਹੋਇਆ।
ਕੋਲ ਹੈ ਸਾਡੇ ਸਭ ਕੁਝ, ਪਰ ਅਸੀਂ ਉਹਨੂੰ ਵੇਖਦੇ ਨਹੀਂ ਜਾਗ ਕੇ, ਉਹਦੀ ਵਰਤੋਂ ਨਹੀਂ ਕਰਦੇ। ਦੇਹ ਦੇ ਸਰੀਰ ਦੇ ਹੋਰ ਸਾਰੇ ਸਿਸਟਮ ਵਰਤੀ ਜਾਂਦੇ ਆ, ਬਸ ਉਹ ਇੱਕ ਚੀਜ਼ ਨੂੰ ਵਰਤਦੇ ਨਹੀਂ। ਉਸ ਕਿਰਪਣ ਵਾਂਗ, ਉਸ ਕੰਜੂਸ ਵਾਂਗ ਅਸੀਂ ਇਸ ਸਾਰੇ ਜੀਵਨ ਨੂੰ ਗਵਾ ਲੈਂਦੇ ਹਾਂ। ਹਜ਼ੂਰ ਅੱਗੇ ਕਹਿੰਦੇ, ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ। ਘਟ ਦੇ ਅਰਥ ਸਰੀਰ ਵੀ ਕੀਤੇ ਨੇ ਤੇ ਹਿਰਦਾ ਵੀ। ਉਹੀ ਵਿਅਕਤੀ ਧਨ ਨੇ ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਜਾਂਦਾ ਹੈ। ਵਸਣ ਦਾ ਮਤਲਬ ਸਦੀਵ ਕਾਲ ਰਹਿੰਦਾ ਹੈ, ਆਉਂਦਾ ਜਾਂਦਾ ਤੇ ਆਪਣੇ ਕੋਲ ਰੋਜ਼ ਹੀ ਰਹਿੰਦਾ ਹੈ। ਜਦੋਂ ਦੂਸਰਿਆਂ ਨੇ ਕਿਹਾ ਵਾਹਿਗੁਰੂ, ਆਪਾਂ ਵੀ ਕਹਿ ਦਿੱਤਾ, ਆਇਆ ਨਾਲ ਹੀ ਗਿਆ। ਪ੍ਰਾਹੁਣੇ ਵਾਂਗੂ ਆਉਂਦਾ ਤੇ ਚਲਾ ਜਾਂਦਾ, ਨਿਕਲ ਜਾਂਦਾ ਹੈ। ਪਰ ਜਿਹੜਾ ਗੁਰਮੁਖ ਹੈ ਉਹਦੇ ਹਿਰਦੇ ਵਿੱਚ ਆਉਂਦਾ ਹੈ, ਉਹਦੇ ਵਾਸਤੇ ਸਾਹਿਬ ਕਹਿੰਦੇ, ਪਿਰ ਵਸ ਆਇਆ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੈ। ਜਦੋਂ ਉਹ ਕਿਸੇ ਗੁਰਮੁਖ ਦੇ ਮਨ ਵਿੱਚ ਆਉਂਦਾ ਹੈ ਨਾ, ਤੇ ਉੱਥੇ ਉਹਦੇ ਘਰ ਵਿੱਚ, ਉਹਦੇ ਹਿਰਦੇ ਵਿੱਚ ਉਹਨੂੰ ਸੁਹਾਵਣਾਪਣ ਲੱਗਦਾ ਹੈ ਤੇ ਉਹ ਆਪ ਹੀ ਮੋਹਿਆ ਜਾਂਦਾ ਹੈ। ਜਾਣ ਤੇ ਉਹਦਾ ਚਿੱਤ ਨਹੀਂ ਕਰਦਾ। ਜਿਵੇਂ ਜਿਸ ਥਾਂ ਤੇ ਸਾਡਾ ਮਨ ਟਿਕ ਜਾਏ ਨਾ, ਅਸੀਂ ਬਾਰ-ਬਾਰ ਉੱਥੇ ਰਹਿੰਦੇ ਹਾਂ, ਚੰਗਾ ਲੱਗਦਾ। ਅਕਾਲ ਪੁਰਖ ਨੂੰ ਜਿਸ ਗੁਰਮੁਖ ਦਾ ਮਨ ਸੁੰਦਰ ਲੱਗਣ ਲੱਗ ਪੈਂਦਾ, ਉੱਥੇ ਉਹ ਛੱਡ ਕੇ ਜਾਂਦਾ ਨਹੀਂ। ਫਿਰ ਉਹਨੂੰ ਵਾਜਾਂ ਨਹੀਂ ਮਾਰਨੀਆਂ ਪੈਂਦੀਆਂ ਉਹਨੂੰ, ਤੇ ਕਿਤੇ ਵੇਲੇ ਨਾਰਾਜ਼ ਹੋ ਕੇ ਕੋਈ ਰੱਬ ਦਾ ਪਿਆਰਾ ਲਾਡ ਪਿਆਰ ਵਿੱਚ ਇਹ ਵੀ ਕਹਿ ਦੇ ਵੀ ਜਾਣਾ ਹੀ ਤੇ ਤੁਰ ਜਾਓ, ਫਿਰ ਵੀ ਨਹੀਂ ਜਾਂਦਾ। ਮੋਹਿਆ ਗਿਆ, ਖਿੱਚਿਆ ਗਿਆ, ਛੱਡ ਕੇ ਨਹੀਂ ਜਾਂਦਾ। ਉਹਦੀ ਪ੍ਰੀਤ ਉਹ ਗੁਰਸਿੱਖ ਨਾਲ ਬਣ ਜਾਂਦੀ ਹੈ, ਉਹਦੇ ਨਾਲ ਪ੍ਰੀਤ ਪਾ ਬਹਿੰਦਾ ਹੈ, ਦੋਵਾਂ ਦੀ ਸਾਂਝ ਬਣ ਜਾਂਦੀ ਹੈ। ਇਸ ਤਰ੍ਹਾਂ ਦੀ ਇਹ ਅਵਸਥਾ ਸਤਿਗੁਰੂ ਕਹਿੰਦੇ, ਉਹ ਮਨੁੱਖ ਧਨਤਾ ਦੇ ਯੋਗ ਹਨ। ਧਨ ਧਨ ਤੇ ਜਨ ਜੇ ਘਟ ਬਸਿਓ। ਬਸਿਓ ਦਾ ਅਰਥ ਰਹਿਣ ਲੱਗ ਪਿਆ। ਕੌਣ? ਹਰ ਨਾਉ, ਪਰਮਾਤਮਾ ਦਾ ਨਾਮ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਪੜਚੋਲ ਕਰੀਏ ਨਾ, ਉਹਦੇ ਵਿੱਚ ਇਹ ਸ਼ਬਦ ਬੜੇ ਘੱਟ ਆਉਣਗੇ ਵੀ ਪਰਮਾਤਮਾ ਸਿੱਖ ਦੇ ਨਾਮ ਵਿੱਚ ਮਨ ਵਿੱਚ ਵਸੇ। ਇਹ ਆਉਣਗੇ ਜ਼ਰੂਰ, ਬੜੇ ਘੱਟ ਆਉਣਗੇ। ਜਿਵੇਂ 10 ਵਾਰਾਂ ਵਿੱਚੋਂ ਇੱਕ ਵਾਰੀ ਆਏਗਾ ਵੀ ਰੱਬ ਵਸਿਆ ਉਹਦੇ ਮਨ ਵਿੱਚ, 9 ਵਾਰੀ ਆਏਗਾ ਨਾਮ ਵਸਿਆ। ਇਹਦਾ ਬਹੁਤ ਵੱਡਾ ਕਾਰਨ। ਇੱਕੋ ਵਾਰੀ ਆਏਗਾ ਪਰਮਾਤਮਾ ਵਸਿਆ, 9 ਵਾਰੀ ਆਏਗਾ ਵੀ ਨਾਮ ਵਸਿਆ, ਕਿਉਂਕਿ ਸਾਡੀ ਪਕੜ ਵਿੱਚ ਨਾਮ ਹੀ ਆਉਣਾ ਹੈ, ਰੱਬ ਨਹੀਂ ਆ ਸਾਡੀ ਪਕੜ ਵਿੱਚ ਪਰਮਾਤਮਾ ਨਹੀਂ ਆਉਣਾ। ਨਾਮ ਹੀ ਉਹਦਾ ਸਰੂਪ ਹੈ, ਉਹਦੇ ਨਾਲ ਹੀ ਸਾਡਾ ਸੰਬੰਧ ਹੋ ਸਕਦਾ। ਅਸੀਂ ਸਿੱਧਾ ਨਹੀਂ ਜੋੜ ਸਕਦੇ ਉਹਦੇ ਨਾਲ ਸੰਬੰਧ। ਇਸ ਕਰਕੇ ਵਾਰ-ਵਾਰ ਹਰ ਨਾਉ, ਨਾਮ, ਨਾਉ ਸ਼ਬਦ ਵਰਤਿਆ ਉਸਦਾ। ਧੰਨ ਧੰਨ ਤੇ ਜਨ ਜੇ ਘਟ ਬਸਿਓ ਹਰ ਨਾਉ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਨਾਨਕ ਤਾਂ ਕਹਿ ਬਲ ਬਲ ਜਾਓ। ਮੈਂ ਉਸ ਗੁਰਮੁਖ ਤੋਂ ਸਦੀਵ ਕਾਲ ਵਾਸਤੇ ਬਲਹਾਰ ਜਾਣਾ, ਜਿਹਦੇ ਹਿਰਦੇ ਵਿੱਚ ਤੇ ਸਰੀਰ ਵਿੱਚ ਨਾਮ ਨੇ ਨਿਵਾਸ ਕੀਤਾ ਹੈ। ਸਾਹਿਬ ਅੱਗੇ ਬਚਨ ਕਰਦੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਰੱਬ ਬਹੁਤੀਆਂ ਗਲਤੀਆਂ ਬਖਸ਼ ਦਿੰਦਾ ਹੈ, ਪਰ ਇੱਕ ਗਲਤੀ ਨਹੀਂ ਜੇ ਬਖਸ਼ਦਾ ਵੀ ਬੰਦਾ ਅੰਦਰੋਂ ਹੋਵੇ ਬੇਈਮਾਨ ਤੇ ਬਾਹਰੋਂ ਇਮਾਨਦਾਰੀ ਪ੍ਰਗਟ ਕਰੇ। ਬੜੀਆਂ ਗਲਤੀਆਂ ਬਖਸ਼ਦਾ ਹੈਗਾ, ਬਸ ਉਹ ਵਿੰਗ ਵੱਲ ਨਹੀਂ ਜੇ ਪ੍ਰਵਾਨ ਕਰਦਾ। ਕੋਈ ਪਾਪੀ ਹੈ ਕਿ ਪੁੰਨੀ ਹੈ, ਕੋਈ ਦਾਨੀ ਹੈ ਕਿ ਅਦਾਨੀ ਹੈ, ਕੋਈ ਜਪੀ ਹੈ ਕਿ ਕਿਸੇ ਕਦੀ ਨਹੀਂ ਜਪਿਆ, ਇਹ ਗੱਲਾਂ ਉਹਦੇ ਅੱਗੇ ਬੜੀਆਂ ਛੋਟੀਆਂ ਨੇ। ਪਰ ਜੇ ਕੋਈ ਬੰਦਾ ਉਹਦੇ ਕੋਲ ਵਲ ਵਾਲਾ ਮਨ ਲੈ ਕੇ ਚਲਾ ਜਾਏ ਨਾ, ਵਿੰਗ ਵਲ ਵੀ ਮੈਂ ਪਰਦਾ ਪਾ ਕੇ ਰੱਬ ਨੂੰ ਧੋਖਾ ਦੇ ਲਾਂਗਾ, ਬਸ ਨਾ ਉਹਦੇ ਜਪ ਦੀ ਕਰਦਾ ਪਰਵਾਹ, ਨਾ ਉਹਦੇ ਤਪ ਦੀ, ਨਾ ਉਹਦੇ ਦਾਨ ਦੀ, ਕਿਸੇ ਚੀਜ਼ ਦੀ ਉਹਨੂੰ ਕੋਈ ਪਰਵਾਹ ਨਹੀਂ। ਕਿਉਂਕਿ ਉਹਦੇ ਅੱਗੇ ਬਹੁਤ ਸਾਰੇ ਤੁਰੇ ਫਿਰਦੇ ਨੇ। ਅਸੀਂ ਸੋਚਦੇ ਹਾਂ ਪਤਾ ਨਹੀਂ ਅਸੀਂ ਕਿੰਨੇ ਕੁ ਵੱਡੇ ਹੋਵਾਂਗੇ। ਜਦੋਂ ਉੱਥੇ ਗਏ, ਉੱਥੇ ਵੱਟੇ ਕੁਝ ਨਹੀਂ ਜਾਂਦਾ। ਜਿਵੇਂ ਕੋਈ ਜ਼ਿਮੀਂਦਾਰ ਆਪਣੀ ਫਸਲ ਆਪਣੇ ਖੇਤ ਵਿੱਚ ਜਦੋਂ ਉਗਾਉਂਦਾ ਹੈ ਨਾ, ਤੇ ਬੜੇ ਮੋਢੇ ਚੁੱਕ ਕੇ ਤੁਰਦਾ ਵੀ ਮੇਰੀ ਫਸਲ ਬੜੀ ਵਧੀਆ। ਪਰ ਸਾਧ ਸੰਗਤ ਜਿੱਦਣ ਮੰਡੀ ਵਿੱਚ ਲੈ ਕੇ ਗਿਆ ਨਾ, ਉੱਥੇ ਵੇਖਿਆ ਵੀ ਮੇਰੇ ਤੋਂ ਵੱਡੇ ਕਿੰਨੇ ਕਿੰਨੇ ਵਧੀਆ ਫਸਲ ਵਾਲੇ ਇੱਥੇ ਬੈਠੇ ਨੇ। ਇਸ ਤਰ੍ਹਾਂ
ਇੱਕ ਉਸ ਦੁਨੀਆ ਵਿੱਚ ਜਾ ਕੇ ਵੀ ਬੰਦੇ ਦਾ ਭਰਮ ਟੁੱਟ ਜਾਂਦਾ, ਧਰਮੀ ਬੰਦੇ ਦਾ, ਕਿ ਸਿਰਫ ਮੈਂ ਹੀ ਧਰਮੀ ਹਾਂ, ਬਾਕੀ ਨਹੀਂ, ਮੇਰੇ ਕੋਲ ਹੀ ਧਰਮ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਬਚਨ ਵਿੱਚ, ਪਰਮਾਤਮਾ ਨੂੰ ਇਹ ਸਥਿਤੀ ਪ੍ਰਵਾਨ ਨਹੀਂ ਕਿ ਰਹਿਤ ਅਵਰ ਉਹਦੀ ਰਹਿਤ ਹੋਰ ਤਰ੍ਹਾਂ ਦੀ ਹੋਵੇ, ਕੱਛ ਅਵਰ ਕਮਾਵਤ, ਬਾਹਰੋਂ ਰਹਿਤ ਹੋਰ ਤਰ੍ਹਾਂ ਦੀ ਰੱਖਦਾ ਹੈ, ਭਾਵ ਧਰਮੀ ਰੱਖਦਾ ਹੈ, ਪਰ ਕਮਾਉਂਦਾ ਹੋਰ ਕੁਝ ਜ਼ਿੰਦਗੀ ਦੇ ਵਿੱਚ। ਮਨ ਨਹੀਂ ਪ੍ਰੀਤ, ਮਨ ਦੇ ਵਿੱਚ ਰੱਬ ਪ੍ਰਤੀ ਪ੍ਰੀਤ ਨਹੀਂ ਹੈ। ਮੁਖੋਂ ਗੰਢ ਲਾਵਤ, ਤੇ ਮੂੰਹ ਤੋਂ ਗੱਲਾਂ ਦੇ ਰਾਹੀਂ ਸਿਰਫ ਗੰਢ ਪਾਉਣੀ ਚਾਹੁੰਦਾ, ਸਿਰਫ ਗੱਲੀ ਬਾਤੀ ਸਭ ਕੁਝ ਕਰਨਾ ਚਾਹੁੰਦਾ ਹੈ। ਹਜ਼ੂਰ ਕਹਿੰਦੇ ਜਾਣਨ ਹਾਰ ਪ੍ਰਭੂ ਪਰਬੀਨ। ਪਰਬੀਨ ਦਾ ਮਤਲਬ ਹੈ ਸਿਆਣਾ। ਉਹਦੇ ਵਿੱਚ ਦੋ ਗੁਣ ਨੇ, ਇੱਕ ਤੇ ਭੋਲਾ ਬੜਾ ਹੈ, ਇੱਕ ਸਿਆਣਾ ਬੜਾ ਹੈ। ਨਹੀਂ ਤੇ ਆਮ ਤੁਸੀਂ ਵੇਖੋਗੇ ਬੰਦਾ ਜਿਹੜਾ ਭੋਲਾ ਹੈ ਉਹ ਸਿਆਣਾ ਨਹੀਂ ਹੁੰਦਾ, ਜਿਹੜਾ ਸਿਆਣਾ ਹੈ ਉਹਦੇ ਵਿੱਚ ਭੋਲਾਪਣ ਨਹੀਂ ਰਹਿੰਦਾ। ਪਰ ਪਰਮਾਤਮਾ ਵਿੱਚ ਮਿਕਸ ਹੈ, ਰੱਬ ਦੇ ਪਿਆਰਿਆਂ ਵਿੱਚ ਵੀ ਇਹ ਦੋਵੇਂ ਚੀਜ਼ਾਂ ਹੁੰਦੀਆਂ ਨੇ। ਉਹ ਜ਼ਿਆਦਾਤਰ ਭੋਲੇਪਣ ਦੀ ਵਰਤੋਂ ਕਰਦੇ ਰਹਿੰਦੇ, ਅੰਦਰ ਇੱਕ ਸਿਆਣਪ ਰਹਿੰਦੀ ਡੂੰਘੇ ਥਾਂ ਤੇ। ਕਈ ਵਾਰੀ ਕੋਈ ਸੰਸਾਰੀ ਬੰਦਾ ਸੋਚਦਾ ਵੀ ਵਧੀਆ ਦਾ ਲੱਗ ਗਿਆ, ਇਹਨੂੰ ਤੇ ਜਿੰਨਾ ਮਰਜ਼ੀ ਧੋਖਾ ਦੇ ਲਓ ਤੁਸੀਂ, ਪਰ ਉਹ ਰੱਬ ਦੇ ਪਿਆਰੇ ਦੀ ਦੁਨੀਆ ਹੋਰ ਹੁੰਦੀ। ਉਹ ਕਹਿੰਦਾ ਵੀ ਇੱਥੇ ਕੀ ਕਰਨਾ, 4 ਸਾਲ ਨੇ, ਇਹ ਕਿਹੜੇ ਚੱਕਰ ਵਿੱਚ ਪੈ ਕੇ ਜੀਵਨ ਬਰਬਾਦ ਕਰਨਾ। ਉਹ ਇੱਥੋਂ ਦੇ ਧੋਖੇ ਨੂੰ ਸਮਝਦਾ ਕੁਝ ਨਹੀਂ, ਇਸ ਕਰਕੇ ਕਈ ਵਾਰੀ ਚੁੱਪ ਕਰਕੇ ਜੀਵਨ ਲੰਘਾ ਦਿੰਦਾ। ਇੱਥੋਂ ਦੀ ਜਿੱਤ ਹਾਰ ਨੂੰ ਕੁਝ ਨਹੀਂ ਸਮਝਦਾ। ਉਹ ਇੱਥੇ ਆਪਣਾ ਸਮਾਂ ਨਹੀਂ ਗਵਾਉਂਦਾ, ਉਹ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਨਹੀਂ ਕਰਦਾ। ਪਰ ਮੂਰਖ ਆਦਮੀ ਸੋਚਦਾ ਵੀ ਇਹਨੂੰ ਪਤਾ ਕੋਈ ਨਹੀਂ ਹੈ। ਸਾਧ ਸੰਗਤ, ਮੈਂ ਕਈ ਵਾਰੀ ਪਹਿਲਾਂ ਵੀ ਬੇਨਤੀ ਕੀਤੀ, ਇਹ ਸੰਸਾਰ ਦਾ ਜਿੰਨਾ ਪਤਾ ਇੱਕ ਧਰਮੀ ਬੰਦੇ ਨੂੰ ਹੈ, ਉਹਨਾਂ ਸੰਸਾਰੀ ਨੂੰ ਸੰਸਾਰ ਦਾ ਪਤਾ ਨਹੀਂ ਹੈ, ਬਿਲਕੁਲ ਨਹੀਂ ਹੈ। ਤੁਸੀਂ ਮੋਟੇ ਤੌਰ ਤੇ ਵੇਖਣਾ, ਇੱਕ ਨਦੀ ਵਗਦੀ ਹੈ, ਇੱਕ ਬੰਦਾ ਉਹਦੇ ਕਿਨਾਰੇ ਤੇ ਸੈਰ ਕਰਦਾ ਹੈ, ਉਹ ਨਦੀ ਬਾਰੇ ਬਹੁਤਾ ਜਾਣਦਾ, ਉਹਦੀ ਵਿਆਖਿਆ ਕਰ ਸਕਦਾ, ਕਿੰਨੀ ਲੰਮੀ ਕਿੰਨੀ ਚੌੜੀ ਹੈ, ਕਿਵੇਂ ਦੀ ਲੱਗਦੀ। ਪਰ ਜਿਹੜਾ ਬੰਦਾ ਉਹਦੇ ਵਿੱਚ ਡੁੱਬਾ ਪਿਆ, ਉਹ ਕਾਹਦੀ ਵਿਆਖਿਆ ਕਰੇਗਾ। ਜਿਹੜਾ ਮਨੁੱਖ ਸੰਸਾਰ ਦੇ ਵਿੱਚ ਡੁੱਬਾ ਹੈ, ਉਹ ਸੰਸਾਰ ਦੀ ਵਿਆਖਿਆ ਕੀ ਕਰੇਗਾ, ਉਹ ਤੇ ਆਪ ਹੀ ਡੁੱਬਾ ਹੋਇਆ। ਵਿਆਖਿਆ ਉਹ ਕਰੇਗਾ ਜਿਹੜਾ ਸੰਸਾਰ ਤੋਂ ਥੋੜਾ ਜਿਹਾ ਉੱਚਾ ਹੈ, ਉਹਨੂੰ ਵੇਖ ਲਏਗਾ ਕਿਵੇਂ ਦਾ। ਇਸ ਕਰਕੇ ਉਹ ਪਰਬੀਨ ਸਿਆਣਾ ਬੜਾ ਹੈ, ਜਾਣਨਹਾਰ ਪ੍ਰਭੂ ਪਰਬੀਨ, ਬਹੁਤ ਸਿਆਣਾ ਹੈ ਤੇ ਜਾਣਨ ਵਾਲਾ ਅੰਤਰਜਾਮੀ ਹੈ। ਇਸ ਕਰਕੇ ਬਾਹਰ ਭੇਖ ਨਾ ਕਾਹੂ ਭੀਨ। ਉਹ ਕੇਵਲ ਕਿਸੇ ਦੇ ਬਾਹਰਲੇ ਭੇਖ ਦੇ ਉੱਤੇ, ਬਾਹਰਲੇ ਕੱਪੜਿਆਂ ਦੇ ਉੱਤੇ ਉਹਦਾ ਮਨ ਨਹੀਂ ਭਿੱਜਦਾ, ਉਹਦੇ ਨਾਲ ਪਿਆਰ ਨਹੀਂ ਕਰਦਾ। ਬਾਹਰ ਦੀਆਂ ਗੱਲਾਂ ਨੂੰ ਉਹ ਕਦੀ ਵੀ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਹਜ਼ੂਰ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਉਪਦੇਸ਼ ਦੇਣ ਦਾ ਇੱਕ ਐਸਾ ਨਸ਼ਾ ਹੈ ਸਾਧ ਸੰਗਤ, ਜੇ ਕਿਤੇ ਲੱਗ ਜਾਏ ਤੇ ਅਫੀਮ ਤੇ ਛੁੱਟ ਜਾਂਦੀ ਹੈ, ਛੱਡਣਾ ਬਹੁਤ ਔਖਾ ਹੈ। ਕਿਸੇ ਨੂੰ ਸਮਝਾਉਣਾ ਇੰਨਾ ਸਵਾਦ ਦਿੰਦਾ ਹੈ, ਬੰਦੇ ਵਿੱਚ ਭਰਮ ਵੀ ਪੈਦਾ ਕਰ ਦਿੰਦਾ ਵੀ ਮੈਂ ਇਹਨਾਂ ਤੋਂ ਸ੍ਰੇਸ਼ਟ ਹਾਂ, ਕੁਝ ਵੱਡਾ ਕੁਝ ਵੱਖਰਾ। ਇਹਦੇ ਵਿੱਚ ਇੱਕ ਬਹੁਤ ਗਹਿਰਾ ਰਸ ਆਉਂਦਾ ਹੈ। ਆਪ ਉਪਦੇਸ਼ੈ ਅਵਰ ਉਪਦੇਸ਼ੈ ਆਪ ਨਾ ਕਰੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਕਿਸੇ ਸਿੱਖ ਨੇ ਪੁੱਛਿਆ, ਹਜ਼ੂਰ ਨੇ ਕਿਹਾ ਵੀ ਤੂੰ ਥੋੜਾ ਜਿਹਾ ਕਿਸੇ ਨੂੰ ਸਮਝਾਇਆ ਵੀ ਕਰ, ਕੋਈ ਚੰਗਾ ਸਿੱਖ ਸੀ, ਤੂੰ ਕਿਸੇ ਨੂੰ ਵੀ ਸਮਝਾਇਆ ਵੀ ਕਰ, ਜੋ ਕੁਝ ਤੂੰ ਸਮਝਿਆ ਵਿਆਖਿਆ ਕਰਿਆ ਕਰ। ਸਿੱਖ ਸੀ ਭੈ ਵਾਲਾ, ਭਾਵਨਾ ਵਾਲਾ। ਉਹਨੇ ਕਿਹਾ ਮਹਾਰਾਜ ਖਤਰਾ ਬੜਾ ਹੈ, ਕਿਤੇ ਦੂਜਿਆਂ ਨੂੰ ਸਮਝਾਉਂਦੇ ਸਮਝਾਉਂਦੇ ਕਿਤੇ ਆਪ ਨਾ ਸਮਝ ਹੋ ਜਾਈਏ, ਕਿਉਂਕਿ ਇਤਿਹਾਸ ਭਰਿਆ ਪਿਆ ਐਸੇ ਲੋਕਾਂ ਨਾਲ ਜਿਹੜੇ ਦੂਜਿਆਂ ਨੂੰ ਸਮਝਾਉਂਦੇ ਰਹੇ, ਆਪ ਮੂਰਖ ਹੀ ਰਹੇ। ਤਾਂ ਹਜ਼ੂਰ ਨੇ ਉਹਨੂੰ ਇੱਕ ਉਪਦੇਸ਼ ਦਿੱਤਾ, ਕਹਿਣ ਲੱਗੇ ਮੇਰੇ ਘਰ ਵਿੱਚ ਜਿਹੜਾ ਵਕਤਾ ਹੈ ਉਹ ਇੱਕੋ ਟਾਈਮ ਸਰੋਤਾ ਤੇ ਵਕਤਾ ਦੋਵੇਂ ਕੰਮ ਕਰਦਾ, ਫਿਰ ਉਹ ਨਹੀਂ ਡਿੱਗੇਗਾ। ਵਕਤਾ ਤੇ ਸਰੋਤਾ ਇੱਕ ਸਮੇਂ ਕਿਵੇਂ ਹੋ ਸਕਦਾ? ਵਕਤਾ ਦਾ ਅਰਥ ਹੈ ਬੋਲਣ ਵਾਲਾ,
ਸਰੋਤਾ ਦਾ ਅਰਥ ਹੈ ਸੁਣਨ ਵਾਲਾ। ਕਹਿਣ ਲੱਗੇ ਜਾ ਸਿੱਖਾ, ਜਿਹੜਾ ਬੋਲੇਗਾ ਉਹਨੂੰ ਨਾਲੋਂ ਨਾਲ ਆਪ ਵੀ ਸੁਣੀ ਜਾਈ, ਫਿਰ ਤੂੰ ਨਹੀਂ ਫਸੇਗਾ। ਜੋ ਕੁਝ ਤੂੰ ਸੁਣਾਏਗਾ ਨਾ ਉਹਨੂੰ ਆਪ ਵੀ ਸੁਣੀ। ਔਖਾ ਬੜਾ, ਥੋੜ੍ਹੇ ਜਿਹੇ ਅਭਿਆਸ ਦੀ ਲੋੜ ਪੈਂਦੀ। ਜੋ ਸੁਣਾਈਏ ਉਹ ਖੁਦ ਸੁਣ ਲਈਏ ਤਾਂ ਇਹਦੇ ਨਾਲ ਇਸ ਦਸ਼ਾ ਤੋਂ ਆਦਮੀ ਬਚ ਸਕਦਾ। ਨਹੀਂ ਤੇ ਅਵਰ ਉਪਦੇਸ਼ ਹੈ ਆਪ ਨਾ ਕਰੈ, ਆਪ ਨਹੀਂ ਮਨੁੱਖ ਕਰਦਾ। ਆਵਤ ਜਾਵਤ ਜਨਮੈ ਮਰੈ, ਉਹ ਆਉਂਦਾ ਜਾਂਦਾ ਰਹਿੰਦਾ, ਜਨਮਦਾ ਮਰਦਾ ਰਹਿੰਦਾ। ਪਰ ਜੇ ਕੋਈ ਮਨੁੱਖ ਇਸ ਹਾਲਤ ਵਿੱਚ ਰਵੇ ਜਿਹਨੂੰ ਕਹਿੰਦੇ ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੇ ਕਿਤੇ ਕਿਸੇ ਦੇ ਭਾਗ ਜਾਗ ਪੈਣ ਤੇ ਨਿਰੰਕਾਰ ਉਹਦੇ ਹਿਰਦੇ ਵਿੱਚ ਵਸ ਜਾਏ, ਉਹਦੇ ਅੰਦਰ ਨਿਵਾਸ ਕਰਨ ਲੱਗ ਪਏ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ, ਉਹਦੀ ਸਿੱਖਿਆ ਦੇ ਨਾਲ ਤਰੈ ਸੰਸਾਰ, ਸੰਸਾਰ ਤਰਨ ਲੱਗ ਪੈਂਦਾ ਹੈ। ਉਸ ਦਿਨ ਫਿਰ ਧਾਰਮਿਕ ਜਗਤ ਭਟਕਦਾ ਨਹੀਂ, ਜਦੋਂ ਵਸੇ ਵਾਲੇ ਲੋਕ ਸਿੱਖਿਆ ਦੇਣ ਲੱਗ ਪੈਂਦੇ ਨੇ। ਜਿੰਨਾ ਚਿਰ ਸਾਧ ਸੰਗਤ ਤੁਸੀਂ ਨਲਕਾ ਗੇੜਦੇ ਹੋ, ਖਾਲੀ ਚਲਾਓ, ਕਿੰਨਾ ਆਵਾਜ਼ ਆਉਂਦਾ ਤੁਸੀਂ ਵੇਖੋਗੇ। ਖਾਲੀ ਚੀਜ਼ਾਂ ਦਾ ਆਵਾਜ਼ ਬਹੁਤਾ ਆਉਂਦਾ ਜੇ, ਬੜਾ ਤੇਜ਼ ਰੁੱਖਾ ਸੁੱਖਾ ਜਿਹਾ ਆਵਾਜ਼। ਆ ਤੁਸੀਂ ਹੁਣ ਤਾਂ ਨਹੀਂ ਨਲਕਾ ਵੇਖਿਆ ਹੋਵੇਗਾ, ਜੇ ਨਲਕਾ ਪਾਣੀ ਛੱਡ ਜਾਏ ਨਾ ਉਸ ਨੂੰ ਗੇੜੋ ਤੇ 10ਵੇਂ ਘਰ ਵਿੱਚ ਆਵਾਜ਼ ਜਾਂਦੀ ਉਸ ਨਲਕੇ ਦੀ, ਉਹਦੀ ਆਵਾਜ਼ ਦੂਰ ਚਲੀ ਜਾਏਗੀ। ਜੇ ਗੁਰੂ ਕੇ ਸਵਾਰੇ ਉਹ ਪਾਣੀ ਨਾਲ ਭਰ ਕੇ ਆਉਂਦਾ ਤੇ ਉਹਦੀ ਆਵਾਜ਼ ਗਾਇਬ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੀ ਆਵਾਜ਼ ਟਿਕਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਨੇ ਕੋਲੂ ਭਰ ਕੇ ਚਲਾਓ ਤੇ ਆਵਾਜ਼ ਨਹੀਂ ਦੇਗਾ ਬਹੁਤੀ। ਕੋਲੂ ਸਰੋਂ ਨੂੰ, ਜਿਹੜਾ ਤੇਲ ਕੱਢਣ ਵਾਲਾ ਕੋਲੂ ਹੈ, ਉਹਦੇ ਵਿੱਚ ਸਰੋਂ ਪਾਈ ਹੋਵੇ ਆਵਾਜ਼ ਨਹੀਂ ਕੱਢੇਗਾ। ਖਾਲੀ ਚਲਾਓਗੇ ਤੇ ਸਾਰੇ ਪਿੰਡ ਵਿੱਚ ਆਵਾਜ਼ ਜਾਏਗੀ। ਚਰਖੇ ਨੂੰ ਭਰ ਕੇ ਚਲਾਓ ਤੇ ਆਵਾਜ਼ ਨਹੀਂ ਕੱਢੇਗਾ, ਜੇ ਖਾਲੀ ਚਲਾਓ ਤੇ ਆਵਾਜ਼ ਬੜੀ ਆਏਗੀ। ਆਟਾ ਪੀਣ ਵਾਲੀ ਚੱਕੀ ਨੂੰ ਖਾਲੀ ਚਲਾਓ ਤੇ ਆਵਾਜ਼ ਬੜੀ ਆਵੇਗੀ, ਜੇ ਭਰ ਕੇ ਚਲਾਓ ਆਵਾਜ਼ ਨਹੀਂ ਆਵੇਗੀ। ਇਹ ਸਾਰੀਆਂ ਉਦਾਹਰਨਾਂ ਨੇ। ਕੋਲੂ, ਚਰਖਾ, ਚੱਕੀ, ਚੱਕ, ਥਲ ਬਰੋਲੇ, ਬਹੁਤ ਅਨੰਤ, ਲਾਟੂ, ਮਧਾਣੀਆਂ, ਅਨਗਾਹ, ਪੰਖੀ, ਭੌਂਦੀਆਂ, ਲੈਣ ਨਸ਼ਾ। ਇਹ ਸਾਰੀਆਂ ਉਦਾਹਰਨਾਂ ਤਾਂ ਦੇ ਰਹੇ ਨੇ ਕਿ ਕਿਤੇ ਖਾਲੀ ਨਲਕੇ ਨਾ ਚੱਲਦੇ ਰਹਿਣ, ਕਿਤੇ ਪਾਣੀ ਵੀ ਨਿਕਲੇ ਵਿੱਚੋਂ, ਕਿਸੇ ਦੀ ਪਿਆਸ ਵੀ ਬੁਝੇ, ਕਿਸੇ ਨੂੰ ਸ਼ਾਂਤੀ ਵੀ ਆਵੇ, ਕਿਸੇ ਨੂੰ ਟਿਕਾ ਵੀ ਆਵੇ। ਪਰ ਇਹ ਸਭ ਕੁਝ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਹੀ ਹੁੰਦਾ, ਵੈਸੇ ਨਹੀਂ। ਅਰਦਾਸ ਦੁਆਰਾ, ਕਿਸੇ ਦੀ ਮਿਹਨਤ ਨਹੀਂ, ਕਿਸੇ ਦਾ ਆਪਣਾ ਨਹੀਂ। ਇਸ ਲਈ ਸਾਹਿਬ ਇੱਥੇ ਬਚਨ ਕਰ ਰਹੇ ਨੇ ਕਿ ਤਿਸ ਕੀ ਸੀਖ ਤਰੈ ਸੰਸਾਰ, ਉਹਦੀ ਸਿੱਖਿਆ ਨਾਲ ਸੰਸਾਰ ਤਰਦਾ ਹੈ। ਫਿਰ ਕਹਿੰਦੇ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਜੋ ਤੁਮ ਭਾਨੇ, ਜਿਹੜੇ ਤੈਨੂੰ ਭਾਗ ਹੈ, ਚੰਗੇ ਲੱਗ ਗਏ, ਉਹਨਾਂ ਨੇ ਹੀ ਤੈਨੂੰ ਪਹਿਚਾਨਿਆ ਹੈ। ਨਾਨਕ ਉਨ ਜਨ ਚਰਨ ਪਰਾਤਾ। ਪਰਾਤਾ ਦਾ ਅਰਥ ਸੀਤਾ ਹੋਇਆ। ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ, ਮੈਂ ਐਸੇ ਗੁਰਮੁਖਾਂ ਦੇ ਚਰਨਾਂ ਨਾਲ ਸੀਤਾ ਹੋਇਆ, ਭਾਵ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ। ਕਹਿੰਦੇ ਨੇ ਮੇਰਾ ਮਨ ਕਰਦਾ ਹੈ ਰੱਬ ਦੇ ਚਰਨਾਂ ਵਿੱਚ ਕੋਈ ਬੇਨਤੀ ਕਰਾਂ, ਪਰ ਬੇਨਤੀ ਕਰਨ ਤੋਂ ਪਹਿਲਾਂ ਉਹ ਸਭ ਕੁਝ ਜਾਣਦਾ ਹੀ ਹੈ, ਅੰਤਰਜਾਮੀ ਹੈ। ਆਪਣਾ ਕੀਆ ਆਪਹਿ ਮਾਨੈ। ਉਹ ਆਪ ਹੀ ਵਰਤਦਾ ਗੁਰਮੁਖਾਂ ਦੇ ਜੀਵਨ ਵਿੱਚ, ਆਪ ਹੀ ਉਹਨਾਂ ਦੀ ਗੱਲ ਮੰਨ ਲੈਂਦਾ। ਆਪੈ ਆਪ ਕਰਤ ਨਬੇਰਾ। ਸਾਰੀਆਂ ਚੀਜ਼ਾਂ ਦਾ ਨਬੇੜਾ ਉਹ ਆਪ ਕਰਦਾ ਹੈ। ਫਿਰ ਕਹਿੰਦੇ ਕਿਸੈ ਦੂਰ ਜਨਾਵਤ, ਕਿਸੈ ਬੁਝਾਵਤ ਨੇਰਾ। ਇਹ ਦੋ ਸ਼ਬਦ ਨੇ, ਇੱਕ ਦੂਰ, ਇੱਕ ਨੇੜੇ। ਜਿੱਥੇ ਦੂਰ ਸ਼ਬਦ ਲਿਖਿਆ ਉਹਦੇ ਨਾਲ ਲਿਖਿਆ ਜਨਾਵਤ। ਜਨਾਵਤ ਦਾ ਅਰਥ ਹੈ ਜਾਣਕਾਰੀ, ਸਮਝ ਲੈਣਾ। ਜਿੱਥੇ ਨੇੜਾ ਸ਼ਬਦ ਲਿਖਿਆ ਉੱਥੇ ਲਿਖਿਆ ਬੁਝਾਰਤ, ਬੁੱਝ ਲੈਣਾ, ਬੁਝਾਵਤ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਫਰਕ ਬਹੁਤ ਜ਼ਿਆਦਾ ਹੈ। ਸਾਧ ਸੰਗਤ ਦੀ ਜਾਣਨਾ ਹੋਰ ਚੀਜ਼ ਹੈ, ਬੁੱਝਣਾ ਹੋਰ ਚੀਜ਼ ਹੈ।
ਪਾਣੀ ਬਾਰੇ ਜਾਣਿਆ ਜਾ ਸਕਦਾ ਹੈ, ਪ੍ਰਯੋਗਸ਼ਾਲਾ ਵਿੱਚ ਇਹਦੇ ਵਿੱਚ ਆਕਸੀਜਨ ਕਿੰਨੀ ਹੈ, ਇਹਦੇ ਵਿੱਚ ਕਿਹੜੀ ਗੈਸ ਕਿੰਨੀ, ਸਾਰੀ ਤਰਤੀਬ ਸਿੱਖ ਕੇ ਫਿਰ ਪਾਣੀ 'ਤੇ ਲੇਖ ਵੀ ਲਿਖਿਆ ਜਾ ਸਕਦਾ, ਫਿਰ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ ਜਾ ਸਕਦਾ, ਪਾਣੀ ਕਿਵੇਂ ਬਣਦਾ ਹੈ, ਇਹਦੇ ਵਿੱਚ ਕੀ ਕੀ ਹੁੰਦਾ ਹੈ, ਸਭ ਕੁਝ ਕਿਹਾ ਜਾ ਸਕਦਾ ਹੈ। ਉਹ ਹੈ ਪਾਣੀ ਬਾਰੇ ਜਾਣਨਾ। ਪਰ ਪਾਣੀ ਕੀ ਹੈ, ਲੱਗੀ ਹੋਵੇ ਬਹੁਤ ਸਾਰੀ ਪਿਆਸ, ਪਿਆਸ ਨਾਲ ਬੰਦਾ ਤੜਫਦਾ ਹੋਵੇ ਤੇ ਪਾਣੀ ਦਾ ਗਿਲਾਸ ਆ ਜਾਏ ਹੱਥ ਵਿੱਚ, ਉਸ ਪਾਣੀ ਨੂੰ ਜਦੋਂ ਪੀਂਦਾ ਹੈ ਤੇ ਉਹਦੇ ਨਾਲ ਜਿਹੜੀ ਤ੍ਰਿਪਤੀ ਮਿਲਦੀ ਹੈ, ਜੋ ਕੁਝ ਉਹ ਆਦਮੀ ਜਾਣਦਾ ਉਹ ਪੜ੍ਹਨ ਵਾਲਾ ਉਹਨੂੰ ਨਹੀਂ ਜਾਣਦਾ। ਇਸੇ ਤਰ੍ਹਾਂ ਧਰਮ ਬਾਰੇ ਜਾਣਨਾ ਹੋਰ ਚੀਜ਼ ਹੈ, ਪਰ ਧਰਮ ਨੂੰ ਮਾਣ ਕੇ ਬੁੱਝ ਲੈਣਾ ਇੱਕ ਵੱਖਰੀ ਦਸ਼ਾ ਹੈ। ਚੰਗੀ ਹੈ ਜਾਣਨਾ, ਜਾਣ ਲੈਣਾ ਚੰਗਾ ਹੈ, ਫਾਇਦਾ ਦਿੰਦਾ, ਠੀਕ ਰਹਿੰਦਾ, ਪਰ ਇੱਥੇ ਨੁਕਸਾਨ ਵੀ ਹੈ। ਕਈ ਵਾਰੀ ਜਾਣ ਕੇ ਸਮਝ ਕੇ ਆਪਾਂ ਸੋਚ ਲੈਂਦੇ ਹਾਂ ਕਿ ਆਪਾਂ ਨੇ ਬੁੱਝ ਵੀ ਲਿਆ ਵੀ ਸਭ ਪ੍ਰਾਪਤ ਕਰ ਲਿਓ। ਜਾਣਿਆ ਹੁੰਦਾ ਸਿਰਫ ਜਾਣਕਾਰੀ ਹੁੰਦੀ ਹੈ, ਮਿਥਿਆ ਹੈ, ਉਹ ਵੀ ਫਿਕਸ ਕੀਤਾ ਹੋਇਆ ਗਿਆਨ ਹੈ। ਇਸ ਲਈ ਕਹਿੰਦੇ ਕਿਸੇ ਨੂੰ ਦੂਰ ਜਣਾਉਂਦਾ ਹੈ, ਕਿਸੇ ਨੂੰ ਬਿਲਕੁਲ ਨੇੜੇ ਬੁਝਾ ਦਿੰਦਾ ਹੈ। ਸਾਹਿਬ ਕਹਿੰਦੇ ਉਪਾਵ ਸਿਆਣਪ ਸਗਲ ਤੇ ਰਹਿਤ। ਬਹੁਤ ਹੀ ਮਹੱਤਵਪੂਰਨ ਇਹ ਪੰਕਤੀ ਹੈ। ਉਪਾਵ ਤੇ ਸਿਆਣਪ, ਸਗਲ ਤੇ ਰਹਿਤ। ਧਰਮੀ ਬੰਦੇ ਦੇ ਹੰਕਾਰ ਤੇ ਸਿੱਧੀ ਚੋਟ ਹੈ। ਕਹਿੰਦੇ ਯਾਦ ਰੱਖ, ਨਾ ਉਹ ਤੇਰੀ ਸਿਆਣਪ ਦੇ ਵਾਸਤੇ, ਨਾ ਤੇਰੇ ਉਪਾਵਾਂ ਦੇ ਅਧੀਨ ਹੈ। ਜੋ ਮਰਜ਼ੀ ਕਰੀ ਜਾਏ, ਇੱਧਰ ਦੇ ਉੱਧਰ ਜੋੜ ਕੇ ਜਪ ਲੈ, ਜੋ ਮਰਜ਼ੀ ਕਰ ਲੈ, ਨਹੀਂ ਪਰਵਾਹ ਕਰਦਾ ਕਿਸੇ ਦੀ। ਜਿੰਨੇ ਮਰਜ਼ੀ ਮਿਣ ਕੇ, ਠੀਕ ਹੈ ਸਾਧਨ ਚੰਗੇ ਨੇ ਕਿਸੇ ਹੱਦ ਤੱਕ ਮਨ ਨੂੰ ਕੰਟਰੋਲ ਕਰਨ ਲਈ, ਪਰ ਰੱਬ ਨੂੰ ਗੁਲਾਮ ਕਰ ਲਵੇਂ ਮੁਮਕਿਨ ਨਹੀਂ। ਉਹ ਕਿਸੇ ਉਪਾਵ, ਦਲੀਲ, ਸਿਆਣਪ ਦਾ ਮੁਹਤਾਜ ਨਹੀਂ, ਸਾਰਿਆਂ ਤੋਂ ਰਹਿਤ, ਕਿਉਂਕਿ ਉਹ ਸਭ ਕੁਛ ਜਾਣੈ ਆਤਮ ਕੀ ਰਹਿਤ। ਆਤਮ ਕੀ ਰਹਿਤ, ਇਹਦੇ ਵੱਲ ਧਿਆਨ ਦੇਣਾ। ਆਤਮ ਦੀ ਰਹਿਤ ਵੱਖਰੀ ਹੈ, ਸਰੀਰ ਦੀ ਰਹਿਤ ਵੱਖਰੀ ਜੇ, ਤੇ ਮਨ ਦੀ ਰਹਿਤ ਵੱਖਰੀ। ਜਿੱਦਣ ਸਾਨੂੰ ਇਹ ਤਿੰਨੇ ਪਤਾ ਲੱਗ ਗਈਆਂ, ਸਾਨੂੰ ਪਤਾ ਲੱਗ ਜਾਏਗਾ ਅਜੇ ਤੇ ਆਪਾਂ ਦਰਵਾਜ਼ੇ ਤੇ ਖੜੇ। ਸਰੀਰ ਦੀ ਰਹਿਤ ਤੇ 5 ਕਕਾਰ ਧਾਰਨ ਕਰਨੇ, ਚੰਗਾ ਵਧੀਆ ਗਾਤਰਾ ਪਾਉਣਾ, ਚੰਗੀ ਟਕਸਾਲੀ ਸ੍ਰੀ ਸਾਹਿਬ ਪਾਉਣੀ, ਇਹਨੂੰ ਕਹਿੰਦੇ ਸਰੀਰ ਦੀ ਰਹਿਤ। ਚੰਗਾ ਵਧੀਆ ਕੇਸਰੀ ਪਰਨਾ ਬੰਨਣਾ, ਇਹ ਹੈ ਸਰੀਰ ਦੀ ਰਹਿਤ। ਕਈ ਵਾਰੀ ਅਸੀਂ ਇਹ ਕਰਕੇ ਕਹਿੰਦੇ ਹਾਂ ਵੀ ਹੁਣ ਹੋ ਗਿਆ ਕੰਮ ਸਾਰਾ, ਰੁਕ ਗਏ। ਇਹ ਤੋਂ ਅੱਗੇ ਹੈ ਮਨ ਦੀ ਰਹਿਤ। ਮਨ ਦੀ ਰਹਿਤ ਆਪਾਂ ਸਾਰੀ ਪਹਿਲਾਂ ਸ਼ੁਰੂ ਵਿੱਚ ਵਿਚਾਰੀ ਏ, ਉਹ ਤੁਸੀਂ ਜਾ ਕੇ ਪੜ੍ਹ ਲੈਣਾ। ਮਿਥਿਆ ਸਰਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਰੈ। ਉਹ ਮਨ ਦੀ ਰਹਿਤ ਏ। ਇੱਥੇ ਕਹਿ ਰਹੇ ਨੇ ਸਭ ਕੁਛ ਜਾਣੈ ਆਤਮ ਕੀ ਰਹਿਤ। ਆਤਮ ਕੀ ਰਹਿਤ ਹੈ ਸ਼ਬਦ ਨਾਲ ਜੁੜਨਾ, ਨਾਮ ਨਾਲ ਜੁੜਨਾ। ਜਿੰਨਾ ਚਿਰ ਆਤਮ ਕੀ ਰਹਿਤ ਤੱਕ ਨਹੀਂ ਜਾਂਦਾ, ਉਹਨਾਂ ਚਿਰ ਸਿੱਖ ਖਾਲਸਾ ਨਹੀਂ ਬਣਦਾ, ਵਿੱਚੇ ਅੜਿਆ ਹੋਇਆ। ਪਰਮਾਤਮਾ ਬੰਦੇ ਦੀ ਆਤਮਾ ਨੂੰ ਜਾਣਦਾ ਹੈ, ਉਹਦੇ ਗਹਿਰੇ ਤਲ ਵਿੱਚ ਕੀ ਹੈ। ਸਾਹਿਬ ਕਹਿੰਦੇ ਜਿਸ ਭਾਵੈ ਤਿਸ ਲੈ ਲੜ ਲਾਏ। ਜਿਸ ਬੰਦੇ ਦੀ ਆਤਮ ਸਥਿਤੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹਨੂੰ ਆਪਣੇ ਲੜ ਨਾਲ ਜੋੜ ਲੈਂਦਾ, ਆਪਣੇ ਸ਼ਬਦ ਨਾਲ ਜੋੜ ਲੈਂਦਾ, ਨਾਮ ਨਾਲ। ਥਾਨ ਥਨੰਤਰ ਰਹਿਆ ਸਮਾਏ, ਕਿਉਂਕਿ ਉਹ ਸਾਰੇ ਥਾਵਾਂ ਤੇ ਸਾਰੇ ਥਾਵਾਂ ਦੇ ਵਿੱਚ, ਥਾਨ ਅੰਤਰ, ਥਾਨ ਜਮਾ ਅੰਤਰ, ਥਾਵਾਂ ਦੇ ਵਿੱਚ ਸਮਾਇਆ ਹੋਇਆ। ਅਖੀਰ ਤੇ ਸਾਹਿਬ ਕਹਿੰਦੇ ਨੇ ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਜਿਸ ਸੇਵਕ ਤੇ ਬਹੁਤੀ ਗਹਿਰੀ ਕਿਰਪਾ ਕਰ ਦਿੰਦਾ, ਉਹ ਇੱਕ ਨਿਮਖ ਨਿਮਖ ਆਪਣੀ ਰਸਨਾ ਔਰ ਮਨ ਦੁਆਰਾ ਉਸ ਨੂੰ ਜਪਦਾ ਹੈ, ਉਸ ਨੂੰ ਪ੍ਰੇਮ ਕਰਦਾ। ਆਓ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਲਹਾਰ ਜਾਈਏ, ਸਾਰੇ ਪਿਆਰ ਸਹਿਤ ਜਪੀਏ ਜੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ।
ਰਹਿੰਦੇ ਗੁਰ ਦਰਿਆਉ ਵਿੱਚ, ਰਹਿੰਦੇ ਗੁਰ ਦਰਿਆਉ ਵਿੱਚ। ਰਹਿੰਦੇ ਗੁਰ ਦਰਿਆਉ ਵਿੱਚ, ਰਹਿੰਦੇ ਗੁਰ ਦਰਿਆਉ ਵਿੱਚ। ਮੀਨ ਕੁਲੀਨ ਹੇਤ ਨਿਰਵਾਣੀ, ਮੀਨ ਕੁਲੀਨ ਹੇਤ ਨਿਰਵਾਣੀ। ਗੁਰ ਅਰਜਨ ਵੇਟੋ ਕੁਰਬਾਣੀ, ਗੁਰ ਅਰਜਨ ਵੇਟੋ ਕੁਰਬਾਣੀ। ਗੁਰ ਅਰਜਨ ਵੇਟੋ ਕੁਰਬਾਣੀ, ਗੁਰ ਅਰਜਨ ਵੇਟੋ ਕੁਰਬਾਣੀ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ